BSc ਭਾਗ ਦੂਸਰਾ BA ਅਤੇ BCom ਭਾਗ ਦੂਸਰਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਤੁਹਾਡੇ ਸਿਲੇਬਸ ਵਿੱਚ ਨਿਰਧਾਰਿਤ ਕੀਤੇ ਗਏ ਨਾਵਲ ਇੱਕ ਮਿਆਨ ਦੋ ਤਲਵਾਰਾਂ, ਜਿਸ ਦੇ ਲੇਖਕ ਨਾਨਕ ਸਿੰਘ ਹਨ, ਉਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਆਪਾਂ ਪਿਛਲੇ ਲੈਕਚਰਾਂ ਦੇ ਵਿੱਚ ਨਾਨਕ ਸਿੰਘ ਦੇ ਇਸ ਨਾਵਲ ਦੇ ਦੋ ਭਾਗਾਂ ਦੇ ਵਿਸ਼ੇ ਵਸਤੂ ਬਾਰੇ ਗੱਲ ਕੀਤੀ ਹੈ। ਉਹਦਾ ਜੋ ਵਿਸ਼ਾ ਉਹਨੇ ਪੇਸ਼ ਕੀਤਾ ਸੀ ਉਹਦੇ ਬਾਰੇ ਗੱਲ ਕੀਤੀ ਹੈ। ਅੱਜ ਆਪਾਂ ਤੀਸਰੇ ਭਾਗ ਦੀ ਗੱਲ ਕਰਨ ਜਾ ਰਹੇ ਹਾਂ। ਤੀਸਰਾ ਭਾਗ 26 ਨੰਬਰ ਕਾਂਡ ਤੋਂ ਲੈ ਕੇ 44 ਨੰਬਰ ਕਾਂਡ ਤੱਕ ਫੈਲਿਆ ਹੋਇਆ ਹੈ। ਅੱਜ ਆਪਾਂ 26 ਨੰਬਰ ਤੋਂ ਲੈ ਕੇ 37 ਨੰਬਰ ਕਾਂਡ ਤੱਕ ਗੱਲ ਕਰਾਂਗੇ। ਆਪਾਂ ਪਿਛਲੇ ਲੈਕਚਰਾਂ ਵਿੱਚ ਇੱਕ ਗੱਲ ਸਾਫ਼ ਕੀਤੀ ਸੀ, ਕਲੀਅਰ ਕੀਤੀ ਸੀ ਕਿ ਨਾਨਕ ਸਿੰਘ ਨੇ ਇਸ ਨਾਵਲ ਦੇ ਵਿੱਚ ਦੇਸ਼ ਦੀ ਆਜ਼ਾਦੀ ਨਾਲ ਸੰਬੰਧਿਤ ਹੋਏ ਸੰਘਰਸ਼ ਵਿੱਚ ਗਦਰ ਪਾਰਟੀ ਦੇ ਯੋਗਦਾਨ ਨੂੰ ਪ੍ਰਸਤੁਤ ਕੀਤਾ ਹੈ, ਪੇਸ਼ ਕੀਤਾ ਹੈ। ਹੁਣ ਆਪਾਂ ਇਸ ਸੰਘਰਸ਼ ਦੀ ਕਾਮਯਾਬੀ ਜਾਂ ਇਸ ਸੰਘਰਸ਼ ਦੀ ਨਾਕਾਮਯਾਬੀ ਉਹਦੇ ਬਾਰੇ ਵੀ ਚਰਚਾ ਕਰਾਂਗੇ। ਔਰ ਜਿਹੜੇ ਗਦਰੀ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਹੋਏ ਗ੍ਰਿਫਤਾਰ ਹੋ ਗਏ, ਉਹਨਾਂ ਉੱਪਰ ਚੱਲੇ ਮੁਕੱਦਮਿਆਂ ਦੀ ਗੱਲ ਕਰਾਂਗੇ। ਔਰ ਉਸ ਸਮੇਂ ਦੇ ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਅੰਗਰੇਜ਼ਾਂ ਦੇ ਪਿੱਠ ਠੋਕੂ ਜਾਂ ਅੰਗਰੇਜ਼ਾਂ ਦੇ ਜਿਹੜੇ ਪਿੱਠ ਦੇ ਉੱਪਰ ਖੜਨ ਵਾਲੇ ਦੇਸ਼ ਗਦਾਰਾਂ ਦੀ ਵੀ ਗੱਲ ਕਰਾਂਗੇ। ਉਸ ਸਮੇਂ ਦੇ ਜਿਹੜੇ ਜੈਲਦਾਰ, ਉਸ ਸਮੇਂ ਦੇ ਜਿਹੜੇ ਨੰਬਰਦਾਰ, ਉਸ ਸਮੇਂ ਦੇ ਜਿਹੜੇ ਪੁਲਿਸ ਦੇ ਵਿੱਚ ਭਰਤੀ ਲੋਕ ਕਿਸ ਢੰਗ ਦੇ ਨਾਲ ਸਾਡੇ ਦੇਸ਼ ਦੇ ਨਾਲ ਗਦਾਰੀ ਕਰਕੇ ਅੰਗਰੇਜ਼ ਸਰਕਾਰ ਦੇ ਹੱਕ ਦੇ ਵਿੱਚ ਖੜ ਰਹੇ ਸਨ, ਡਟ ਰਹੇ ਸਨ ਤੇ ਸਧਾਰਨ ਲੋਕਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਡਟਣ ਦੀ ਸਿੱਖਿਆ ਦੇ ਰਹੇ ਸਨ। ਦੂਸਰੇ ਪਾਸੇ ਸਾਡਾ ਨੌਜਵਾਨ ਵਰਗ ਜਿਹੜਾ ਵਿਦੇਸ਼ਾਂ ਦੇ ਵਿੱਚ ਰੋਜੀ ਰੋਟੀ ਲਈ ਗਿਆ ਹੋਇਆ ਸੀ, ਉੱਥੇ ਜਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਦੇਸ਼ ਦੀ ਗੁਲਾਮੀ ਦੇ ਕਾਰਨ ਕੀ ਨੇ ਤੇ ਉਸ ਗੁਲਾਮੀ ਦਾ ਸਾਨੂੰ ਵਿਦੇਸ਼ਾਂ ਦੇ ਵਿੱਚ ਕਿਸ ਢੰਗ ਨਾਲ ਮੁੱਲ ਤਾਰਨਾ ਪੈ ਰਿਹਾ ਹੈ, ਉਸ ਗੱਲ ਤੋਂ ਪ੍ਰੇਰਨਾ ਲੈ ਕੇ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਇੱਕ ਪਾਰਟੀ ਦਾ ਨਿਰਮਾਣ ਕਰਦੇ ਆ, ਗਦਰ ਪਾਰਟੀ ਦਾ। ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਦੇ ਉਲਝੇ ਹੋਣ ਦਾ ਫਾਇਦਾ ਉਠਾ ਕੇ ਉਹ ਦੇਸ਼ ਵਿੱਚ ਆ ਕੇ ਸਧਾਰਨ ਲੋਕਾਂ ਅਤੇ ਫੌਜ ਨੂੰ ਨਾਲ ਲਾ ਕੇ ਆਪਣੇ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਦਾ ਇੱਕ ਸੁਪਨਾ ਲੈਂਦੇ ਹੈ, ਇੱਕ ਮਕਸਦ ਪਾਲਦੇ ਹੈ। ਬੇਸ਼ੱਕ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿ ਇਹ ਜਿਹੜੀ ਉਹਨਾਂ ਦੀ ਸੁਭਾਵਨਾਵਾਂ ਸੀਗੀਆਂ ਜਾਂ ਉਹਨਾਂ ਦਾ ਜਿਹੜੀ ਇੱਕ ਉਦੇਸ਼ ਸੀਗਾ ਉਹਦੀ ਪ੍ਰਾਪਤੀ ਨਾ ਹੋ ਸਕੀ, ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ। ਪਰ ਇੱਕ ਵਾਰ ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਦੱਸ ਦਿੱਤੀ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਪੰਜਾਬੀ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅੱਜ ਆਪਾਂ ਕਾਂਡ ਨੰਬਰ 26 ਤੋਂ 37 ਨੰਬਰ ਤੱਕ ਗੱਲ ਕਰਾਂਗੇ। ਇਸ ਨਾਵਲ ਦੇ ਵਿੱਚ ਭਾਗ ਤੀਸਰੇ ਦੀ ਕਾਂਡ ਨੰਬਰ 26 ਤੋਂ 37 ਤੱਕ ਗੱਲ ਕਰਾਂਗੇ। ਵਿਦਿਆਰਥੀਓ, ਗਦਰ ਪਾਰਟੀ ਦੀ ਯੋਜਨਾ ਅਸਫਲ ਹੋ ਗਈ ਸੀ। ਉਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਸਾਥੀਆਂ ਸਮੇਤ ਪਕੜਿਆ ਜਾਂਦਾ, ਫੜਿਆ ਜਾਂਦਾ ਹੈ। ਨਾਵਲ ਦੇ ਤੀਜੇ ਭਾਗ ਵਿੱਚ ਗਦਰੀਆਂ ਉੱਪਰ ਚੱਲੇ ਮੁਕੱਦਮੇ ਦਾ ਵੇਰਵਾ ਪੇਸ਼ ਕੀਤਾ ਗਿਆ ਹੈ। ਭਾਈ ਪਰਮਾਨੰਦ ਅਤੇ ਕਰਤਾਰ ਸਿੰਘ ਸਰਾਭਾ, ਇਹਨਾਂ ਦੀ ਆਪਸੀ ਮੁਲਾਕਾਤ ਦਿਖਾਈ ਗਈ ਹੈ। ਇਹਨਾਂ ਦੀ ਮੁਲਾਕਾਤ ਦੇ ਵਿੱਚ ਇੱਕ ਪਾਸੇ ਗਾਂਧੀਵਾਦੀ ਸੋਚ ਭਾਈ ਪਰਮਾਨੰਦ ਦੀ, ਅਹਿੰਸਾਵਾਦੀ ਸੋਚ ਭਾਈ ਪਰਮਾਨੰਦ ਦੀ, ਦੂਸਰੇ ਪਾਸੇ ਪੰਜਾਬੀਆਂ ਦੀ ਸੋਚ ਕਰਤਾਰ ਸਿੰਘ ਸਰਾਭਾ ਕਿ ਕੱਲੀ ਅਹਿੰਸਾ ਦੇ ਨਾਲ ਹੀ ਦੇਸ਼ ਨੂੰ ਆਜ਼ਾਦ ਨਹੀਂ ਕਰਾਇਆ ਜਾ ਸਕਦਾ, ਸਗੋਂ ਹਥਿਆਰਬੰਦ ਸੰਘਰਸ਼ ਦੇ ਨਾਲ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾ ਸਕਦੇ ਹਾਂ। ਕਰਤਾਰ ਸਿੰਘ ਸਰਾਭਾ ਤੇ ਭਾਈ ਪਰਮਾਨੰਦ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਹੁੰਦੀ ਹੈ ਉਸ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ। ਦੂਸਰਾ, ਗਦਰ ਪਾਰਟੀ ਦੀ ਅਸਫਲਤਾ ਦੇ ਕਾਰਨਾਂ ਦਾ ਜ਼ਿਕਰ ਭਾਈ ਪਰਮਾਨੰਦ ਕਰਦਾ ਹੈ ਔਰ ਇਹਨਾਂ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਤੀਸਰੇ ਭਾਗ ਦੇ ਵਿੱਚ ਨਾਵਲਕਾਰ ਕਰ ਰਿਹਾ ਹੈ। ਅੰਗਰੇਜ਼ਾਂ ਦੇ ਕਾਲੇ ਕਾਨੂੰਨ ਜਿਹੜੇ ਉਹਨਾਂ ਨੇ ਪਾਸ ਕੀਤੇ ਸੀਗੇ ਇਸ ਗਦਰ ਪਾਰਟੀ ਨੂੰ ਦਬਾਉਣ ਦੀ ਖਾਤਰ, ਉਹਨਾਂ ਦਾ ਜ਼ਿਕਰ ਵੀ ਇਸ ਭਾਗ ਦੇ ਵਿੱਚ ਕੀਤਾ ਨਾਵਲਕਾਰ ਨੇ। ਅੰਗਰੇਜ਼ ਝੋਲੀ ਚੁੱਕ ਜੈਲਦਾਰਾਂ ਅਤੇ ਚਾਪਲੂਸਾਂ ਦੁਆਰਾ ਗਦਰੀਆਂ ਖਿਲਾਫ ਦਿੱਤੀਆਂ ਗਈਆਂ ਝੂਠੀਆਂ ਗਵਾਹੀਆਂ ਤੋਂ ਇਲਾਵਾ ਉਹਨਾਂ ਦੁਆਰਾ ਗਦਰੀਆਂ ਨੂੰ ਫੜਾਉਣ ਦਾ ਵੇਰਵਾ ਵੀ ਨਾਵਲਕਾਰ ਨੇ ਇਸ ਭਾਗ ਵਿੱਚ ਦਰਜ ਕੀਤਾ ਹੈ, ਪੇਸ਼ ਕੀਤਾ ਹੈ। ਕਾਂਡ ਨੰਬਰ
5 ਦੇ ਵਿੱਚ ਇਸ ਨਾਵਲ ਦਾ ਕਾਂਡ ਨੰਬਰ 5 ਜਿਹੜਾ ਪਹਿਲਾ ਭਾਗ ਦੀ ਗੱਲ ਕਰ ਰਹੇ ਹਾਂ ਆਪਾਂ, ਥੋੜਾ ਜਿਹਾ ਪਿਛਲ ਝਾਤ ਦੇ ਢੰਗ ਨਾਲ ਦੱਸੋ ਤੁਸੀਂ। ਉੱਥੇ ਦੇਖੋਗੇ ਤੁਸੀਂ ਜਿਹੜੇ ਆਪਣੇ ਪਹਿਲੇ ਲੈਕਚਰ ਸੀਗੇ ਕਿ ਦਿਆਲਾ ਇਸ ਨਾਵਲ ਦਾ ਜਿਹੜਾ ਇੱਕ ਮੁੱਖ ਕਾਲਪਨਿਕ ਪਾਤਰ ਹੈ, ਉਹ ਆਪਣੇ ਪਿੰਡ ਹਰਨਪੁਰ ਚੱਕ ਜਾਨੀ ਤੋਂ ਹਰਨਪੁਰ ਨੂੰ ਜਾਂਦਾ ਹੈ। ਦੇਖਿਆ ਹੋਊਗਾ ਤੁਸੀਂ ਜੇ ਪਿਛਲੇ ਲੈਕਚਰ ਸੁਣੋਗੇ, ਧਿਆਨ ਨਾਲ ਦੇਖੋਗੇ ਤੇ ਆਪਣੀ ਕਿਤਾਬ ਦੇ ਵਿੱਚ ਪੜ੍ਹ ਲਿਓ। 5 ਨੰਬਰ ਕਾਂਡ ਦੇ ਵਿੱਚ ਦਿਆਲਾ ਚੱਕ ਜਾਨੀ ਤੋਂ ਹਰਨਪੁਰ ਜਾਂਦਾ ਤੇ ਇਸ ਭਾਗ ਦੇ ਕਾਂਡ ਨੰਬਰ 37 ਦੇ ਵਿੱਚ ਉਸ ਕਹਾਣੀ ਨੂੰ ਫੇਰ ਤੋਂ ਬਿਆਨ ਕੀਤਾ ਗਿਆ ਔਰ ਦਿਆਲਾ ਸੁਖਦੇਵ ਸਿੰਘ ਸੋਢੀ ਦੇ ਘਰ ਪਹੁੰਚ ਜਾਂਦਾ ਹੈ। ਉੱਥੇ ਉਹਦੇ ਨਾਲ ਉਹਦੀ ਮੁਲਾਕਾਤ ਦਿਖਾਈ ਗਈ ਹੈ ਤੇ ਸੁਖਦੇਵ ਸੋਢੀ ਉਹਨੂੰ ਆਪਣੇ ਘਰ ਦੇ ਵਿੱਚ ਬੀਰੀ ਦੀ ਟਹਿਲ ਸੇਵਾ ਦੇ ਲਈ ਰੱਖ ਲੈਂਦਾ। ਇਹ 37 ਨੰਬਰ ਕਾਂਡ ਦੇ ਵਿੱਚ ਆਉਂਦਾ ਹੈ। 5 ਨੰਬਰ ਕਾਂਡ ਦਾ ਜਿਹੜਾ ਵੇਰਵਾ ਸੀਗਾ ਉੱਥੇ ਛੱਡ ਦਿੱਤਾ ਸੀ ਨਾਵਲਕਾਰ ਨੇ। ਉਦੋਂ ਬਾਅਦ ਨਵੀਂ ਕਹਾਣੀ ਫੜ ਲਈ ਸੀ ਉਹਨੇ, ਨਵੀਂ ਕਹਾਣੀ ਦੇ ਬਾਰੇ ਚਰਚਾ ਕਰਨ ਲੱਗ ਗਿਆ ਸੀ, ਗਦਰ ਪਾਰਟੀ ਦੀ ਇਤਿਹਾਸ ਬਾਰੇ ਗੱਲ ਕਰਨ ਲੱਗਾ ਸੀ, ਗਦਰ ਪਾਰਟੀ ਦੇ ਕੰਮਾਂ ਬਾਰੇ ਗੱਲ ਕਰਨ ਲੱਗਾ ਸੀ। ਇੱਥੇ ਆ ਕੇ ਫਿਰ ਨਾਵਲਕਾਰ ਨੇ 5ਵੇਂ ਨੰਬਰ ਕਾਂਡ ਦੀ ਜਿਹੜੀ ਕਹਾਣੀ ਛੱਡੀ ਸੀਗੀ ਉਹਨੂੰ 37ਵੇਂ ਕਾਂਡ ਦੇ ਵਿੱਚ ਆ ਕੇ ਫਿਰ ਛੋਇਆ, ਇੱਥੇ ਆ ਕੇ ਉਹ ਪੂਰਾ ਕਰਦਾ ਹੈ। ਸੋ ਵਿਦਿਆਰਥੀਓ, ਆਪਾਂ ਇਸ ਭਾਗ ਦੇ ਵਿੱਚ ਕਾਂਡ ਨੰਬਰ 26 ਦੇ ਵਿੱਚ ਕੀ ਕਹਿਣਾ ਚਾਹੁੰਦਾ ਨਾਵਲਕਾਰ, ਉਹਦੇ ਬਾਰੇ ਗੱਲ ਕਰ ਲਈਏ। 26 ਨੰਬਰ ਕਾਂਡ ਦੇ ਵਿੱਚ ਨਾਵਲਕਾਰ ਨੇ 3 ਵੇਰਵੇ ਦਿੱਤੇ ਆ ਮੁੱਖ ਤੌਰ ਤੇ। ਪਹਿਲਾ ਵੇਰਵਾ ਇਹ ਸੀ ਕਿ ਪਹਿਲੀ ਸੰਸਾਰ ਜੰਗ ਦੇ ਵਿੱਚ ਪੰਜਾਬ ਨੂੰ ਬਹੁਤ ਵੱਡਾ ਧੱਕਾ ਲੱਗਿਆ ਸੀਗਾ। 3.5 ਲੱਖ ਸਾਡਾ ਨੌਜਵਾਨ, 3.5 ਲੱਖ 3,50,000 ਨੌਜਵਾਨ ਇਸ ਜੰਗ ਦੇ ਵਿੱਚ ਸਿੱਧੇ ਅਸਿੱਧੇ ਰੂਪ ਦੇ ਵਿੱਚ ਸ਼ਾਮਲ ਹੁੰਦਾ ਹੈ। ਜਿਹੜੇ ਅੰਗਰੇਜ਼ ਝੋਲੀ ਚੁੱਕ ਸੀਗੇ ਨਾ, ਸਾਡੇ ਸਮਾਜ ਦੇ ਵਿੱਚ ਪ੍ਰਚਾਰ ਕਰਦੇ ਸੀਗੇ ਅੰਗਰੇਜ਼ ਫੌਜ ਦੇ ਵਿੱਚ ਭਰਤੀ ਹੋਵੋ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਸੀਗੇ ਤੇ ਸਾਡੇ ਸਮਾਜ ਦੇ ਵਿੱਚ ਉਸ ਸਮੇਂ ਅੰਗਰੇਜ਼ਾਂ ਦੀਆਂ ਨੀਤੀਆਂ ਕਾਰਨ ਗਰੀਬੀ ਦਾ ਬੋਲਬਾਲਾ ਸੀਗਾ। ਇਸ ਕਰਕੇ ਸਾਡਾ ਨੌਜਵਾਨ ਅੰਗਰੇਜ਼ ਫੌਜ ਦੇ ਵਿੱਚ ਭਰਤੀ ਹੋਣ ਨੂੰ ਤਰਜੀਹ ਦੇ ਰਿਹਾ ਸੀਗਾ। ਇੱਕ ਤਾਂ 3.5 ਲੱਖ ਬੰਦਾ ਨੌਜਵਾਨ ਪੰਜਾਬੀ ਜੰਗ ਦੇ ਵਿੱਚ ਝੋਕ ਦਿੱਤਾ ਜਾਂਦਾ ਸਿੱਧੇ ਸਿੱਧੇ ਰੂਪ ਦੇ ਵਿੱਚ, ਉਹਦਾ ਜ਼ਿਕਰ ਕੀਤਾ ਗਿਆ ਇਸ ਕਾਂਡ ਦੇ ਵਿੱਚ। ਦੂਸਰਾ, ਕਾਂਗਰਸ ਪਾਰਟੀ ਦਾ ਜਨਮ ਹੋ ਗਿਆ ਸੀਗਾ 1885 ਈਸਵੀ ਦੇ ਵਿੱਚ। ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਸ ਦੇ ਯੋਗਦਾਨ ਦਾ ਵੇਰਵਾ ਨਾਵਲਕਾਰ ਨੇ ਇਸ ਕਾਂਡ ਦੇ ਵਿੱਚ ਦੱਸਿਆ ਹੈਗਾ। ਗਦਰ ਪਾਰਟੀ, ਤੀਸਰਾ ਜਿਹੜਾ ਪੁਆਇੰਟ ਉਹਨੇ ਛੋਇਆ ਹੈਗਾ ਹੋਇਆ, ਗਦਰ ਪਾਰਟੀ ਦੀ ਅਸਫਲਤਾ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਇਸ ਕਾਂਡ ਦੇ ਵਿੱਚ, ਕਾਂਡ ਨੰਬਰ 26 ਦੇ ਵਿੱਚ। ਅਸੀਂ ਇਹ ਵੀ ਦੱਸਿਆ ਉਹਨੇ ਕਿ ਜਿਹੜੇ ਅੰਗਰੇਜ਼ ਸੀਗੇ ਨਾ, ਬੜੇ ਚਤਰ ਸੀਗੇ, ਚਲਾਕ ਸੀਗੇ। ਉਹਨਾਂ ਨੇ ਗਦਰ ਪਾਰਟੀ ਨੂੰ ਦਬਾਉਣ ਦੀ ਖਾਤਰ ਇੱਕ ਨਵਾਂ ਐਕਟ ਲਿਆਂਦਾ ਸੀਗਾ, ਨਵਾਂ ਕਾਨੂੰਨ ਲਿਆਂਦਾ ਸੀਗਾ। ਉਸ ਕਾਨੂੰਨ ਦਾ ਨਾਂ ਸੀਗਾ ਇੰਡੀਆ ਸੇਫਟੀ ਐਕਟ। ਸ਼ਾਰਟ ਕੁਐਸਚਨ ਵੀ ਤੁਹਾਨੂੰ ਆ ਸਕਦਾ, ਕਿਹੜੇ ਐਕਟ ਦੇ ਅਧੀਨ ਉਹਨਾਂ ਤੇ ਮੁਕੱਦਮੇ ਚੱਲੇ ਸੀ? ਉਹ ਸੀਗਾ ਇੰਡੀਆ ਸੇਫਟੀ ਐਕਟ। ਇਹ ਇੰਡੀਆ ਸੇਫਟੀ ਐਕਟ ਉਹਨਾਂ ਨੇ ਲਾਗੂ ਕਰਤਾ, ਜਿਸ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਬਗੈਰ ਵਾਰੰਟ ਦੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਇਸ ਵਿੱਚ ਕਿਸੇ ਪੁਲਿਸ ਵਾਲੇ ਜਾਂ ਝੋਲੀ ਚੁੱਕ ਜੈਲਦਾਰ ਜਾਂ ਨੰਬਰਦਾਰ ਦੀ ਗਵਾਹੀ ਨੂੰ ਆਧਾਰ ਬਣਾ ਕੇ, ਜਾਂ ਕਿਸੇ ਵੀ ਸਧਾਰਨ ਬੰਦੇ ਦੀ ਦੇਸ਼ ਧਰੋਹੀ ਸਧਾਰਨ ਬੰਦੇ ਦੀ ਗਵਾਹੀ ਨੂੰ ਧਿਆਨ ਦੇ ਵਿੱਚ ਰੱਖ ਕੇ ਜਾਂ ਉਹਨੂੰ ਆਧਾਰ ਬਣਾ ਕੇ ਸੰਬੰਧਿਤ ਵਿਅਕਤੀ ਜਿਸ ਤੇ ਮੁਕੱਦਮਾ ਚੱਲ ਰਿਹਾ ਉਸ ਨੂੰ ਉਮਰ ਕੈਦ ਵੀ ਕੀਤੀ ਜਾ ਸਕਦੀ ਸੀ ਤੇ ਫਾਂਸੀ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਸੀ। ਅਦਾਲਤ ਦੇ ਫੈਸਲੇ ਨੂੰ ਕਿਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸੀ। ਇਹ ਚੁਣੌਤੀ ਸਿਰਫ ਤੇ ਸਿਰਫ ਇੰਗਲੈਂਡ ਦੀ ਮਹਾਰਾਣੀ ਕੋਲੇ ਦਿੱਤੀ ਜਾ ਸਕਦੀ ਸੀ। ਹੁਣ ਇੱਕ ਸਧਾਰਨ ਬੰਦੇ ਲਈ ਇੰਗਲੈਂਡ ਦੀ ਮਹਾਰਾਣੀ ਤੱਕ ਪਹੁੰਚ ਕਰਨੀ ਖਾਲਾ ਜੀ ਦਾ ਬਾੜਾ ਨਹੀਂ ਸੀ, ਬੜੀ ਔਖੀ ਗੱਲ ਸੀ। ਸੋ ਵਿਦਿਆਰਥੀਓ, ਅਸਲ ਦੇ ਵਿੱਚ ਨਿਆਂ ਪ੍ਰਣਾਲੀ ਨੂੰ ਉਹਨਾਂ ਨੇ ਇੰਨਾ ਕੁ ਕੰਪਲੀਕੇਟਡ ਬਣਾਤਾ, ਇੰਨਾ ਕੁ ਉਲਝਾਤਾ ਕਿ ਸੌਖੇ ਢੰਗ ਦੇ ਨਾਲ ਗਦਰੀਆਂ ਨੂੰ ਫੜ ਕੇ ਦਿਖਾਵੇ ਦੇ ਲਈ ਮੁਕੱਦਮੇ ਚਲਾ ਕੇ ਉਹਨਾਂ ਨੂੰ ਫਾਂਸੀ ਦੇ ਉੱਪਰ ਲਟਕਾਇਆ ਜਾ ਸਕੇ। ਇਹ ਇੱਕ ਤਰ੍ਹਾਂ ਦਾ ਕਾਨੂੰਨ ਬਣਾ ਲਿਆ ਸੀ ਉਹਨਾਂ ਨੇ। ਹੁਣ ਇਸ ਕਾਂਡ ਦੇ ਵਿੱਚ ਲੇਖਕ ਨੇ ਗਦਰ ਪਾਰਟੀ ਦੀ ਅਸਫਲਤਾ ਦੇ ਕਾਰਨ ਦੱਸੇ ਹੈ ਔਰ ਇਹ ਵੇਰਵਾ ਉਹਨੇ ਸਚਿੰਦਰ ਨਾਥ ਸਨਿਆਲ ਤੋਂ ਦਵਾਇਆ। ਉਹਦੀ ਕੋਈ ਵੇਰਵੇ ਦਿੱਤੇ ਵੀ ਜਿਹੜਾ ਸਚਿੰਦਰ ਨਾਥ ਸਨਿਆਲ ਸੀਗਾ, ਇਹ ਬੰਗਾਲੀ ਕ੍ਰਾਂਤੀਕਾਰ, ਉਹ ਕਾਰਨ ਦੱਸਦਾ ਇਹਦੇ ਜਿਹੜੇ ਸਾਡੀ ਗਦਰ ਪਾਰਟੀ ਦੀ ਸਫਲਤਾ ਦੇ। ਪਹਿਲਾ ਕਾਰਨ ਤਾਂ ਇਹ ਦੱਸਦਾ ਕਿ ਜਥੇਬੰਦਕ ਕਮਜ਼ੋਰੀ ਸੀਗੀ, ਜਥੇਬੰਦੀ ਦੇ ਕਮਜ਼ੋਰੀ ਸੀਗੀ ਉਹਨਾਂ ਦੀ। ਗਦਰ ਪਾਰਟੀ ਦੀ ਜਿਹੜੀ ਜਥੇਬੰਦਕ ਢਾਂਚਾ ਸੀਗਾ ਉਹਦੇ 'ਚ ਬਹੁਤ ਵੱਡੀ ਕਮਜ਼ੋਰੀ ਸੀਗੀ। ਇੱਕ ਤਾਂ ਉਹ ਗੱਲ ਇਹ ਕਹਿੰਦਾ। ਦੂਸਰੀ ਗੱਲ ਉਹ ਕਹਿੰਦਾ ਕਿ ਘਟੀਆ ਕਿਸਮ ਦੀ ਅਗਵਾਈ ਸੀਗੀ। ਹੁਣ ਜੇ ਜਥੇਬੰਦਕ ਕਮਜ਼ੋਰੀ ਆ ਤਾਂ ਜਿਹੜੀ ਅਗਵਾਈ ਕਰਨ ਵਾਲੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਮਜ਼ੋਰੀ ਹੈ। ਤੀਸਰਾ ਉਹ ਕਹਿੰਦਾ ਵੀ ਭੇਦ ਨੂੰ ਗੁਪਤ ਨਾ ਰੱਖਣ ਦੀ ਇੱਕ ਫਿਤਰਤ ਸੀਗੀ ਗਦਰੀਆਂ ਦੇ ਵਿੱਚ। ਗਦਰੀ ਕਹਿੰਦੇ ਸੀ ਆਪਾਂ ਗਦਰ ਕਰਨਾ, ਸ਼ਰੇਆਮ ਕਰਨਾ, ਆਪਾਂ ਇਹਨੂੰ ਗੁਪਤ ਕਿਉਂ ਰੱਖਣਾ?
ਉਹ ਸ਼ਰੇਆਮ ਲੋਕਾਂ ਕੋਲੇ ਕਹਿੰਦੇ ਫਿਰਦੇ ਸੀ ਭਾਈ ਵੀ ਅਸੀਂ ਤਾਂ ਗਦਰ ਕਰਨਾ ਹੈਗਾ, ਅਸੀਂ ਇਸ ਕੰਮ ਦੇ ਲਈ ਇੱਥੇ ਆਏ ਆ। ਤੇ ਇਹ ਜਿਹੜੇ ਝੋਲੀ ਚੁੱਕ ਸੀ ਪਿੰਡਾਂ ਦੇ ਵਿੱਚ, ਉਹਨਾਂ ਦਾ ਇੱਕ ਜਾਲ ਵਿਛਾਇਆ ਹੋਇਆ ਸੀ ਅੰਗਰੇਜ਼ਾਂ ਦਾ, ਉਹ ਤੁਰੰਤ ਉਹਦੀ ਖਬਰ ਅੰਗਰੇਜ਼ ਸਰਕਾਰ ਨੂੰ, ਅੰਗਰੇਜ਼ ਪੁਲਿਸ ਨੂੰ ਕਰ ਦਿੰਦੇ ਸੀ। ਅਸਫਲ ਹੋਣ ਦਾ ਕਾਰਨ ਇਹ ਵੀ ਸੀਗਾ। ਚੌਥਾ ਜਿਹੜਾ ਕਾਰਨ ਇਹ ਦੱਸਦਾ, ਉਹ ਕਹਿੰਦਾ ਨਿਸ਼ਾਨੇ ਤੇ ਪੁੱਜਣ ਵਿੱਚ ਬੇਧਿਆਨੀ ਅਤੇ ਅਣਗਹਿਲੀ। ਬੇਧਿਆਨੀ ਕੀ ਸੀਗੀ ਕਿ ਉਹ ਇੱਕ ਨਿਸ਼ਾਨਾ ਤਾਂ ਮਿਥ ਲੈਂਦੇ ਸੀ, ਪਰ ਉਸ ਨੂੰ ਪ੍ਰਾਪਤ ਕਰਨ ਦੇ ਲਈ ਬਹੁਤਾ ਉਹ ਕੋਸ਼ਿਸ਼ ਨਹੀਂ ਕਰਦੇ ਸੀ। ਥੋੜੇ ਬਹੁਤੇ ਲੋਕ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀ ਉਹਦੇ ਵਿੱਚ, ਜਿਵੇਂ ਸਹੀ ਢੰਗ ਦੇ ਨਾਲ ਫੌਜ ਨੂੰ ਮਿਲਣਾ, ਉੱਥੇ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਹਨੂੰ ਗੁਪਤ ਰੱਖਣਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਨਿਆਲ ਕਹਿੰਦਾ ਕਿਤੇ ਨਾ ਕਿਤੇ ਕਮਜ਼ੋਰ ਸੀਗੇ ਗਦਰੀ, ਔਰ ਆਪਣੀ ਇੱਕ ਬਹਾਦਰੀ ਦੇ ਉੱਪਰ ਤੇ ਆਪਣੀ ਜਿਹੜੀ ਸੀਗੀ ਕੁਰਬਾਨੀ ਦੇ ਉੱਪਰ ਜ਼ਿਆਦਾ ਟੇਕ ਰੱਖਦੇ ਸੀ ਉਹ। ਪੰਜਵਾਂ ਕਾਰਨ ਇਹ ਹੈ ਕਿ ਜਨਤਾ ਵਿੱਚ ਰਾਜਸੀ ਜਾਗਰਤੀ ਨਹੀਂ ਸੀ ਉਸ ਸਮੇਂ, ਉਹਦੀ ਬਹੁਤ ਘਾਟ ਸੀ। ਰਾਜਸੀ ਤੌਰ ਦੇ ਉੱਪਰ ਸਾਡੀ ਜਨਤਾ ਦੇ ਵਿੱਚ ਜਾਗਰਤੀ ਦੀ ਘਾਟ ਸੀ। ਗਦਰੀਆਂ ਨੇ ਆਮ ਲੋਕਾਂ ਨਾਲ ਕੋਈ ਮੇਲ ਜੋਲ ਨਹੀਂ ਰੱਖਿਆ ਸੀਗਾ, ਇਹਦੇ 'ਚ ਬਹੁਤ ਵੱਡੀ ਕਮੀ ਸੀਗੀ। ਉਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਡਾਇਲੌਗ ਸੀ ਨਾ, ਲੋਕਾਂ ਦੇ ਨਾਲ ਗੱਲਬਾਤ ਸੀਗੇ, ਜਾਂ ਲੋਕਾਂ ਨਾਲ ਜਿਹੜੇ ਉਹਨਾਂ ਨੇ ਵਿਚਾਰ ਚਰਚਾ ਕਰਨੀ ਸੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਸੀ। ਇੱਕ ਕਾਰਨ ਇਹ ਦੱਸਿਆ ਉਹਨਾਂ ਨੇ। ਛੇਵਾਂ ਕਾਰਨ ਜਿਹੜਾ ਦੱਸਿਆ ਉਹ ਇਹ ਸੀਗਾ ਕਿ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਗਦਰੀਆਂ ਦੀ ਬਜਾਏ ਹਕੂਮਤ ਨਾਲ ਖੜੀਆਂ ਸੀ। ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਹੁੰਦੀਆਂ ਨਾ, ਤੇ ਜਾਂ ਸਮਾਜਿਕ ਸੰਸਥਾਵਾਂ ਹੁੰਦੀਆਂ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਸੇ ਵੀ ਲਹਿਰ ਨੂੰ ਕਾਮਯਾਬ ਕਰਨ ਦੇ ਵਿੱਚ। ਤੇ ਇਹ ਦੋਨੇ ਹੀ ਗਦਰੀਆਂ ਦੇ ਖਿਲਾਫ, ਗਦਰੀਆਂ ਨੂੰ ਦੇਸ਼ ਧਰੋਹੀ ਕਹਿੰਦੇ ਸੀਗੇ, ਤੇ ਹਕੂਮਤ ਦੇ ਨਾਲ ਡਟ ਕੇ ਖੜ ਗਈਆਂ। ਸੋ ਵਿਦਿਆਰਥੀਓ, ਇਹ ਗਦਰ ਪਾਰਟੀ ਦੇ ਫੇਲ ਹੋਣ ਦੇ ਇਹ ਕਾਰਨ ਗਿਣਾਏ ਨਾਵਲਕਾਰ ਨੇ ਸਤਿੰਦਰਨਾਥ ਸਨਿਆਲ ਦੇ ਦੁਆਰਾ। ਸੋ ਇਹ 5-6 ਕਾਰਨ ਹੈਗੇ। ਜੇਕਰ ਤੁਹਾਨੂੰ ਸ਼ਾਰਟ ਕੁਐਸਚਨ ਆਊਗਾ ਵੀ ਉਹਦੇ ਅਸਫਲਤਾ ਦੇ ਕਾਰਨ ਕਿਸੇ 2-4 ਯਾਦ ਰੱਖਿਓ, ਤੁਸੀਂ ਧਿਆਨ ਰੱਖਿਓ। 27 ਨੰਬਰ ਕਾਰਨ ਦੇ ਵਿੱਚ ਨਾਵਲਕਾਰ ਕਹਿੰਦਾ ਹੈ ਵੀ 19 ਫਰਵਰੀ 1915 ਨੂੰ ਜਿਹੜੇ ਗਦਰ ਦੀ ਇੱਕ ਤਰੀਕ ਰੱਖੀ ਗਈ ਸੀ ਉਹ ਅਸਫਲ ਹੋ ਗਈ ਸੀਗੀ। ਗਦਰ ਪਾਰਟੀ ਉੱਥੇ ਖਤਮ ਹੀ ਹੋ ਗਈ ਸੀ, ਇੱਕ ਤਰ੍ਹਾਂ ਨਾਲ ਅਸਫਲ ਰਹਿ ਗਈ ਸੀਗੀ ਉਹ 19 ਫਰਵਰੀ ਵਾਲੇ ਦਿਨ। ਜਿਹੜੇ ਮੁੱਖ ਗਦਰੀ ਕੁਝ ਪਕੜੇ ਗਏ ਸੀਗੇ, ਫੌਜ ਨੂੰ ਸਰੈਂਡਰ ਕਰਾ ਲਿਆ ਸੀਗਾ ਗੌਰਮੈਂਟ ਨੇ, ਔਰ ਸਾਰੇ ਜਿਹੜੀ ਉਹਨਾਂ ਦੀ ਯੋਜਨਾਵਾਂ ਸੀਗੀਆਂ ਉਹ ਸਾਰੀਆਂ ਫਿੱਕੀਆਂ ਪੈ ਗਈਆਂ, ਡਾਊਨ ਹੋ ਗਈਆਂ। ਔਰ ਉਹ ਉਹਨਾਂ ਦੇ ਕਾਰਨ ਫਿਰ ਇਹਦਾ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਕਿ ਜਿਹੜੇ ਕ੍ਰਾਂਤੀਕਾਰੀ ਸੀ ਜਾਂ ਤਾਂ ਉਹ ਸਰਹੱਦ ਪਾਰ ਕਰ ਗਏ ਸੀਗੇ, ਕਾਬਲ ਕੰਨੀ ਇੱਧਰ ਨਿਕਲ ਗਏ ਸੀ ਰਸ਼ੀਆ ਕੰਨੀ, ਜਾਂ ਫਿਰ ਉਹ ਲੁਕ ਛਿਪ ਗਏ ਸੀਗੇ। ਤੇ ਜਿਹੜੇ ਝੋਲੀ ਚੁੱਕ ਸੀਗੇ ਉਹਨਾਂ ਨੂੰ ਮਾਰਨਾ ਚਾਹੁੰਦੇ ਸੀ ਉਹ। ਵੀ ਜਿਨ੍ਹਾਂ ਨੇ ਸਾਡੇ ਗਦਰ ਲਹਿਰ ਨੂੰ ਫੇਲ ਕੀਤਾ ਨਾ, ਗਦਰ ਪਾਰਟੀ ਨੂੰ ਫੇਲ ਕੀਤਾ, ਉਹਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਹੈਗੇ ਆ, ਉਹਨਾਂ ਨੂੰ ਕਿਸੇ ਢੰਗ ਨਾਲ ਇਸ ਦੁਨੀਆ ਤੋਂ ਪੱਕੀ ਟਿਕਟ ਦੇ ਕੇ ਭੇਜਿਆ ਜਾਵੇ, ਉਹਨਾਂ ਨੂੰ ਮਾਰ ਦਿੱਤਾ ਜਾਵੇ। ਇਹ ਗੱਲ ਉਹਨਾਂ ਦੇ ਮਨ ਦੇ ਵਿੱਚ ਸੀਗੀ। ਕਰਤਾਰ ਸਿੰਘ ਸਰਾਭਾ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਕ੍ਰਾਂਤੀਕਾਰੀਆਂ ਦੀ ਨਾ ਤਾਂ ਕੋਈ ਕੇਂਦਰ ਰਿਹਾ ਤੇ ਨਾ ਹੀ ਕੋਈ ਨੇਤਾ ਰਿਹਾ ਉਹਨਾਂ ਦਾ। ਮਾਰਚ ਦੇ ਸ਼ੁਰੂ ਵਿੱਚ ਕਰਤਾਰ ਸਿੰਘ ਸਰਾਭਾ ਸਾਥੀਆਂ ਸਮੇਤ ਗ੍ਰਿਫਤਾਰ ਹੋ ਗਿਆ ਸੀਗਾ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਮਾਰਚ 1915 ਦੇ ਸ਼ੁਰੂ ਦੇ ਵਿੱਚ। ਫਰਵਰੀ ਦੇ ਵਿੱਚ ਲਹਿਰ ਇਹ ਕਮਜ਼ੋਰ ਹੁੰਦੀ ਹੈ, ਖਤਮ ਹੁੰਦੀ ਹੈ, ਜਾਂ ਇਹ ਡਾਊਨ ਹੋ ਜਾਂਦੀ ਹੈ। ਗਦਰ ਪਾਰਟੀ ਦੀ ਜਿਹੜੀ ਯੋਜਨਾ ਹੈਗੀ ਹੈ 19 ਫਰਵਰੀ 1915 ਦਾ ਜਿਹੜਾ ਗਦਰ ਦੀ ਇੱਕ ਤਰੀਕ ਰੱਖੀ ਸੀ ਉਹ ਫੇਲ ਹੋ ਜਾਂਦਾ ਹੈ। ਉਸ ਤੋਂ ਬਾਅਦ ਮਾਰਚ ਦੇ ਪਹਿਲੇ 1-2 ਮਾਰਚ ਨੂੰ ਪਕੜ ਲਏ ਜਾਂਦੇ ਆ ਤੇ ਉਹਨਾਂ ਨੂੰ ਦੇ ਉੱਪਰ ਮੁਕੱਦਮਾ ਚਲਾਇਆ ਜਾਂਦਾ, ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ। ਮਾਰਚ ਦੇ ਸ਼ੁਰੂ ਵਿੱਚ ਕਰਤਾਰ ਸਿੰਘ ਸਰਾਭਾ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਏ ਜਾਂਦੇ ਹਨ ਤੇ ਬਾਅਦ ਵਿੱਚ ਇਹਨਾਂ ਦੀ ਜਿਹੜੀ ਰਹਿੰਦੀ ਖੂੰਦੀ ਆਸ ਸੀਗੀ ਉਹ ਵੀ ਟੁੱਟ ਜਾਂਦੀ ਹੈ ਗਦਰੀਆਂ ਦੀ, ਔਰ ਉਹ ਹੋਰ ਨਿਰਾਸ਼ਾ ਦੇ ਵਿੱਚ ਚਲੇ ਜਾਂਦੇ ਆ। ਕਾਂਡ ਨੰਬਰ 28 ਦੇ ਵਿੱਚ ਕੀ ਕਹਿੰਦਾ ਨਾਵਲਕਾਰ? ਨਾਵਲਕਾਰ ਨੇ ਇਸ ਕਾਂਡ ਵਿੱਚ ਗਦਰੀ ਕ੍ਰਾਂਤੀਕਾਰੀਆਂ ਦੇ ਸੈਂਟਰਲ ਜੇਲ੍ਹ ਲਾਹੌਰ ਵਿੱਚ ਚੱਲ ਰਹੇ ਕੇਸ ਅਤੇ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਨੂੰ ਪੇਸ਼ ਕੀਤਾ। ਇੱਕ ਤਾਂ ਜਿਹੜਾ ਕੇਸ ਚਲਾਇਆ ਸੀਗਾ ਉਸ ਸਮੇਂ ਅੰਗਰੇਜ਼ ਬੜਾ ਜਲਦੀ ਕੇਸ ਚਲਾਉਂਦੇ ਸੀਗੇ, ਜਲਦੀ ਉਹਦੇ ਫੈਸਲੇ ਕਰਕੇ ਜਲਦੀ ਤੋਂ ਜਲਦੀ ਜਿਹੜੇ ਦੇਸ਼ ਭਗਤ ਸੀਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਾਂ ਉਹਨਾਂ ਨੂੰ ਲੰਮੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਅੰਗਰੇਜ਼ਾਂ ਦੀ ਇੱਕ ਨੀਤੀ ਸੀਗੀ ਕਿ ਉਹਨੂੰ ਫਾਸਟ ਟਰੈਕ ਤੇ ਲਿਆ ਕੇ ਜਲਦੀ ਨਿਬੇੜਿਆ ਜਾਂਦਾ ਸੀ, ਕੇਸਾਂ ਨੂੰ ਬਹੁਤਾ ਲਮਕਾਇਆ ਨਹੀਂ ਜਾਂਦਾ ਸੀਗਾ। ਨਾਵਲਕਾਰ ਨੇ ਇਸ ਚੀਜ਼ ਨੂੰ ਦੱਸਿਆ ਹੈਗਾ ਕਿ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਗਦਰੀਆਂ ਦਾ ਕੇਸ ਚੱਲ ਰਿਹਾ ਸੀਗਾ, ਉੱਥੇ ਸਾਰੇ ਗਦਰੀ ਇਕੱਠੇ ਕੀਤੇ ਗਏ ਸੀਗੇ, ਉੱਥੇ ਸਾਰੇ ਰੱਖੇ ਗਏ ਸੀਗੇ। ਕਰਤਾਰ ਸਿੰਘ ਸਰਾਭਾ ਦੀ ਇੱਕ ਸ਼ਖਸੀਅਤ ਸੀਗੀ, ਬੰਦੇ ਦਾ ਇੱਕ ਉਹਦਾ ਕਹਿ ਸਕਦੇ ਹੋ ਤੁਸੀਂ ਕਿ ਇੱਕ ਸਥਾਨ ਸੀਗਾ ਲੋਕਾਂ ਦੇ ਵਿੱਚ, ਉਹਦੀ ਇੱਕ ਪਹੁੰਚ ਸੀਗੀ ਲੋਕਾਂ ਦੇ ਵਿੱਚ, ਉਹਦੀ ਸ਼ਖਸੀਅਤ ਦਾ ਇੱਕ ਪ੍ਰਭਾਵ ਸੀ ਲੋਕਾਂ ਦੇ ਵਿੱਚ, ਜਿਸ ਕਰਕੇ ਲੋਕ ਉਹਦੀ ਗੱਲ ਸੁਣਨ ਲਈ ਤੇ ਉਹਦੀ ਗੱਲ ਮੰਨਣ ਲਈ ਤਿਆਰ ਹੋ ਜਾਂਦੇ ਸੀਗੇ। ਇੱਕ ਤਰ੍ਹਾਂ ਦਾ ਨਾਇਕ ਸੀਗਾ ਉਸ ਸਮੇਂ ਦਾ ਕਰਤਾਰ ਸਿੰਘ ਸਰਾਭਾ ਸਾਡੇ ਲੋਕਾਂ ਦਾ। ਸਰਾਭੇ ਦੀ ਭਾਈ ਪਰਮਾਨੰਦ ਦੇ ਨਾਲ ਪਹਿਲੀ ਮੁਲਾਕਾਤ ਇਸੇ ਕਾਂਡ ਦੇ ਵਿੱਚ ਹੁੰਦੀ ਹੈ।
26 ਅਪ੍ਰੈਲ 1915 ਨੂੰ ਕੇਸ ਜਿਹੜਾ ਸ਼ੁਰੂ ਹੋ ਜਾਂਦਾ ਹੈ। ਇਹ ਕੇਸ 26 ਅਪ੍ਰੈਲ 1915 ਨੂੰ ਸ਼ੁਰੂ ਹੁੰਦਾ, ਜਿਹੜਾ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀਆਂ ਦੇ ਚੱਲੇ ਗਿਆ ਸੀਗਾ। ਹੁਣ ਲਾਹੌਰ ਕੇਸ ਦੇ ਵਿੱਚ ਪ੍ਰਮੁੱਖ ਜਿਹੜੇ ਸੀਗੇ ਪੁਆਇੰਟ ਉਹ ਕਿਹੜੇ ਸੀਗੇ? ਲਾਹੌਰ ਕੰਸਪੀਰੇਸੀ ਕੇਸ ਕਿਹਾ ਜਾਂਦਾ ਇਹਨੂੰ, ਕੰਸਪੀਰੇਸੀ ਕੇਸ ਦਾ ਨਾਂ ਹੀ ਆ ਉਹਦਾ, ਜਿਹੜਾ ਕਰਤਾਰ ਸਿੰਘ ਸਰਾਭੇ ਵਰਗਿਆਂ ਤੇ ਚੱਲਿਆ ਸੀਗਾ। ਲਾਹੌਰ ਕੰਸਪੀਰੇਸੀ ਨੂੰ ਇਸ ਮੁਕੱਦਮੇ ਦੀ ਸੁਣਵਾਈ ਲਈ 3 ਜੱਜ ਥਾਪੇ ਗਏ। ਸਪੈਸ਼ਲ 3 ਜੱਜ ਕਿਹੜੇ ਸੀਗੇ? ਇੱਕ ਸੀਗਾ ਏ ਇਰਵਿਨ, ਦੂਜਾ ਸੀ TP ਐਲਿਸ, ਤੀਸਰਾ ਸੀਗਾ ਪੰਡਤ ਸ਼ਿਵ ਨਾਰਾਇਣ। ਇਹ 3 ਜੱਜ ਥਾਪੇ ਗਏ, 3 ਜੱਜ ਨਿਯੁਕਤ ਕੀਤੇ ਗਏ ਕਿ ਇਸ ਕੇਸ ਦੀ ਸੁਣਵਾਈ ਇਹ 3 ਜੱਜ ਕਰਨਗੇ। ਸਰਕਾਰੀ ਵਕੀਲ ਉਸ ਸਮੇਂ ਦਾ ਇੰਗਲੈਂਡ ਦਾ ਵਾਸੀ ਸੀਗਾ ਇੱਕ ਪਿਟਮੈਨ, ਉਹ ਸੀਗਾ, ਉਹ ਸਰਕਾਰ ਤਰਫੋਂ ਵਕੀਲ ਸੀਗਾ ਗਦਰੀਆਂ ਦੇ ਖਿਲਾਫ। ਹੁਣ ਇਸ ਜਿਹੜਾ ਕੇਸ ਦੇ ਵਿੱਚ ਕੁੱਲ ਕਿੰਨੇ ਮੁਲਜ਼ਮ ਸੀਗੇ? 81 ਮੁਲਜ਼ਮਾਂ ਦੇ ਨਾਂ ਸੀਗੇ ਇਸ ਕੇਸ ਦੇ ਵਿੱਚ। ਇਹਨਾਂ ਵਿੱਚੋਂ 64 ਗ੍ਰਿਫਤਾਰ ਕਰ ਲਏ ਸੀਗੇ, 64 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਤੇ ਬਾਕੀ ਜਿਹੜੇ ਸੀਗੇ ਉਹ ਤਕਰੀਬਨ ਕਹਿ ਸਕਦੇ ਹੋ ਤੁਸੀਂ 17 ਜਿਹੜੇ ਸੀਗੇ ਉਹ ਭਗੌੜੇ ਕਰਾਰ ਦਿੱਤੇ ਗਏ ਸੀਗੇ। ਇਹ ਇਸ ਕੇਸ ਦੇ ਵਿੱਚ ਜਿਹੜੇ ਸੀਗੇ ਬਾਕੀ ਉਹ ਭਗੌੜੇ ਕਰਾਰ ਦੇ ਦਿੱਤੇ ਗਏ ਸੀਗੇ। ਹੁਣ ਅੱਗੇ ਜਿਹੜਾ ਡਿਫੈਂਸ ਸੀਗਾ, ਜਿਹੜਾ ਇਸ ਕੇਸ ਨੂੰ ਕਾਬੂ ਕਰਨ ਦੀ ਖਾਤਰ ਅੰਗਰੇਜ਼ਾਂ ਨੇ ਇੱਕ ਕਾਨੂੰਨ ਬਣਾਇਆ ਸੀਗਾ। ਇੱਕ ਦਾ ਨਾਂ ਤਾਂ ਸੀਗਾ ਇੰਡੀਆ ਸੇਫਟੀ ਐਕਟ, ਦੂਸਰਾ ਸੀਗਾ ਡਿਫੈਂਸ ਫਾਰ ਇੰਡੀਆ ਐਕਟ। 2 ਐਕਟ ਸੀਗੇ ਜਿਨ੍ਹਾਂ ਦੇ ਨੂੰ ਆਧਾਰ ਬਣਾ ਕੇ ਗਦਰੀਆਂ ਨੂੰ ਦੇ ਉੱਪਰ ਕੇਸ ਚਲਾਏ ਜਾ ਰਹੇ ਸੀਗੇ। ਡਿਫੈਂਸ ਫਾਰ ਇੰਡੀਆ ਐਕਟ ਅਤੇ ਇੰਡੀਆ ਸੇਫਟੀ ਐਕਟ ਦੀਆਂ ਧਾਰਾਵਾਂ ਅਧੀਨ ਮੁਕੱਦਮੇ ਦੀ ਸੁਣਵਾਈ 26 ਅਪ੍ਰੈਲ 1915 ਤੋਂ ਸ਼ੁਰੂ ਹੋ ਗਈ ਸੀਗੀ। ਜੇਲ੍ਹ ਦੀ ਜਿਸ ਬੈਰਕ ਵਿੱਚ ਕ੍ਰਾਂਤੀਕਾਰੀਆਂ ਨੂੰ ਰੱਖਿਆ ਗਿਆ ਸੀ, ਜੇਲ੍ਹ ਦੀ ਜਿਸ ਬੈਰਕ ਦੇ ਵਿੱਚ ਕ੍ਰਾਂਤੀਕਾਰੀਆਂ ਨੂੰ ਰੱਖਿਆ ਗਿਆ ਸੀ, ਜਾਂ ਜਿਸ ਦੇ ਵਿੱਚ ਉਹਨਾਂ ਨੂੰ ਕਹਿ ਸਕਦੇ ਹੋ ਤੁਸੀਂ ਜੇਲ੍ਹ ਦੇ ਵਿੱਚ ਜਿੱਥੇ ਜਿਹੜੇ ਥਾਵਾਂ ਦੇ ਉੱਪਰ ਨਾ ਰੱਖਿਆ ਗਿਆ ਸੀਗਾ, ਉਸ ਦੇ ਵਿੱਚ ਕੁੱਲ ਕਿੰਨੀਆਂ ਜਗ੍ਹਾਵਾਂ ਸੀਗੀਆਂ? ਉਹਦੇ ਵਿੱਚ ਬੈਰਕ ਦੇ ਵਿੱਚ ਕ੍ਰਾਂਤੀਕਾਰੀਆਂ ਨੂੰ ਰੱਖਿਆ ਗਿਆ ਸੀ ਨਾ, ਉਹਦੇ ਵਿੱਚ 40 ਕੋਠੜੀਆਂ ਸੀਗੀਆਂ ਜਿਹੜੀ ਬੈਰਕ ਦੇ ਵਿੱਚ ਰੱਖਿਆ ਗਿਆ ਸੀਗਾ। 20 ਉੱਪਰ ਸੀਗੀਆਂ ਤੇ 20 ਥੱਲੇ ਸੀਗੀਆਂ। ਕਰਤਾਰ ਸਿੰਘ ਸਰਾਭਾ ਦੀ ਕੋਠੜੀ ਨੰਬਰ ਸੀਗੀ 13 ਨੰਬਰ ਕੋਠੜੀ ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਰੱਖਿਆ ਗਿਆ ਸੀਗਾ। ਭਾਈ ਪਰਮਾਨੰਦ ਦਾ ਸੰਬੰਧ ਸਿੱਖ ਕੌਮ ਦੇ ਅਮਰ ਸ਼ਹੀਦ ਭਾਈ ਮਤੀ ਦਾਸ ਜੀ ਨਾਲ ਸੀਗਾ। ਭਾਈ ਮਤੀ ਦਾਸ ਸਿੱਖ ਧਰਮ ਦੇ ਵਿੱਚ ਬਹੁਤ ਵੱਡੇ ਸ਼ਹੀਦ ਹੋਏ ਆ, ਉਹਨਾਂ ਨੂੰ ਬੰਦ ਕੱਟਿਆ, ਉਹਨਾਂ ਦਾ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਔਰ ਇਹਨਾਂ ਦਾ ਸੰਬੰਧ ਉਸ ਖਾਨਦਾਨ ਨਾਲ ਸੀਗਾ, ਇਹ ਗੱਲ ਵੀ ਨਾਵਲਕਾਰ ਨੇ ਦੱਸੀ ਹੈ। ਅੱਗੇ ਸਰਾਭਾ ਕ੍ਰਾਂਤੀਕਾਰੀ ਢੰਗ ਨਾਲ ਪਰ ਭਾਈ ਪਰਮਾਨੰਦ ਗਾਂਧੀਵਾਦੀ ਢੰਗ ਨਾਲ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ, ਭਾਰਤ ਵਿੱਚੋਂ ਕੱਢਣ ਦੇ ਹੱਕ ਵਿੱਚ ਸਨ। ਦੋਹਾਂ ਦੇਸ਼ ਭਗਤਾਂ ਦੀ ਪਹਿਲੀ ਮੁਲਾਕਾਤ ਲਾਹੌਰ ਜੇਲ੍ਹ ਵਿੱਚ ਹੁੰਦੀ ਹੈ। ਜਦੋਂ ਦੋਨਾਂ ਨੂੰ ਪਕੜ ਲਿਆ ਗਿਆ ਸੀਗਾ, ਉੱਥੇ ਇਹਨਾਂ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਅੱਗੇ ਕੀ ਹੈ? ਲਾਹੌਰ ਅਗਲਾ ਕਾਂਡ ਨੰਬਰ 29 ਦੇ ਵਿੱਚ ਕੀ ਦੱਸਿਆ ਗਿਆ? ਲਾਹੌਰ ਕੰਸਪੀਰੇਸੀ ਕੇਸ ਵਿੱਚ ਸਰਾਭਾ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ। ਸਰਕਾਰੀ ਗਵਾਹਾਂ, ਇੱਕ ਤਾਂ ਸਰਕਾਰੀ ਜਿਹੜੇ ਗਵਾਹ ਸੀਗੇ ਉਹ ਪੁਲਿਸ ਵਾਲੇ, ਠੀਕ ਹੈ, ਇੱਕ ਪੁਲਿਸ ਵਾਲੇ ਸੀਗੇ, ਇੱਕ ਸਰਕਾਰੀ ਗਵਾਹ ਸੀਗੇ, ਇੱਕ ਜੈਲਦਾਰ, ਨੰਬਰਦਾਰ ਆਦਿ ਸਾਰੇ ਰਲ ਕੇ ਗਦਰੀਆਂ ਦੇ ਖਿਲਾਫ ਤਰ੍ਹਾਂ ਦੀਆਂ ਗਵਾਹੀਆਂ ਦੇ ਰਹੇ ਸੀਗੇ। ਗਦਰੀਆਂ ਦੇ ਖਿਲਾਫ ਝੂਠੀਆਂ ਗਵਾਹੀਆਂ ਦੇ ਰਹੇ ਸੀਗੇ, ਕਿਉਂਕਿ ਇਹਨਾਂ ਨੂੰ ਲਾਲਚ ਦਿੱਤਾ ਗਿਆ ਸੀ ਕਿ ਤੁਹਾਨੂੰ ਬਾਰ ਦੇ ਇਲਾਕੇ ਦੇ ਵਿੱਚ ਮੁਰੱਬੇ ਦਿੱਤੇ ਜਾਣਗੇ ਤੇ ਹੋਰ ਬਹੁਤ ਸਾਰੇ ਮਾਣ ਸਨਮਾਨ ਪੱਤਰ ਦਿੱਤੇ ਜਾਣਗੇ, ਜਿਵੇਂ ਸੁਖਦੇਵ ਸੋਢੀ ਨੂੰ ਦਿੱਤੇ ਜਾਂਦੇ ਸੀ, ਉਸ ਤਰ੍ਹਾਂ ਦੇ। ਔਰ ਇਹ ਲੋਕ ਇਹਨਾਂ ਲਾਲਚਾਂ ਕਰਕੇ ਦੇਸ਼ ਦੇ ਨਾਲ ਗਦਾਰੀ ਕਰ ਰਹੇ ਸੀ। ਹੁਣ 6 ਮਹੀਨੇ ਮੁਕੱਦਮਾ ਚੱਲਿਆ, 6 ਮਹੀਨੇ ਜਿਹੜਾ ਮੁਕੱਦਮਾ ਚੱਲਿਆ ਤੇ 404 ਗਵਾਹ ਭੁਗਤਾਏ ਗਏ। ਇਕੱਲੇ ਸਰਾਭੇ ਦੇ ਖਿਲਾਫ ਹੀ 30 ਗਵਾਹ ਭੁਗਤੇ। ਅੰਗਰੇਜ਼ ਸਰਕਾਰ ਖਿਲਾਫ ਕੀਤੀ ਬਗਾਵਤ ਦੇ ਗੰਭੀਰ ਦੋਸ਼ ਇਹਨਾਂ ਕ੍ਰਾਂਤੀਕਾਰੀਆਂ ਉੱਪਰ ਲਗਾਏ ਗਏ। ਸੋ ਵਿਦਿਆਰਥੀਓ, ਇਸ ਕਾਂਡ ਦੇ ਵਿੱਚ ਇਸ ਚੀਜ਼ ਦੇ ਜ਼ਿਕਰ ਹੋਇਆ। ਕਾਂਡ ਨੰਬਰ 30 ਹੈ ਜਿਹੜਾ, ਇਹਦੇ ਵਿੱਚ ਨਾਵਲਕਾਰ ਨੇ ਇਸ ਕਾਂਡ ਵਿੱਚ ਸੁਖਦੇਵ ਸੋਢੀ ਤੇ ਉਸਦੀ ਔਲਾਦ ਬਾਰੇ ਦੱਸਿਆ। ਸੁਖਦੇਵ ਸੋਢੀ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੈਗਾ, 2 ਬੱਚੇ ਸੀਗੇ, ਵੀਰੀ ਤੇ ਸੁਦਰਸ਼ਨ। ਹੁਣ ਸੁਖਦੇਵ ਸੋਢੀ ਖੁਦ ਸਰਕਾਰ ਪ੍ਰਸਤੀ ਨੂੰ ਤਰਜੀਹ ਦਿੰਦਾ ਹੈ, ਜਦ ਕਿ ਉਸਦੀ ਜਿਹੜੀ ਔਲਾਦ ਹੈਗੀ, ਉਹਦੇ ਜਿਹੜੇ ਬੱਚੇ ਹੈਗੇ ਆ, ਉਹ ਦੇਸ਼ ਭਗਤੀ ਨੂੰ ਤਰਜੀਹ ਦਿੰਦੇ ਆ, ਦੇਸ਼ ਭਗਤੀ ਦੇ ਅਧੀਨ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਤੇ ਉਹਦੇ ਲਈ ਕੁਰਬਾਨ ਹੋਣਾ ਚਾਹੁੰਦੇ ਦੇਸ਼ ਤੋਂ, ਤੇ ਉਹ ਇਸ ਕਰਕੇ ਗਦਰ ਪਾਰਟੀ ਦੇ ਨਾਲ ਖੜ ਜਾਂਦੇ ਆ।
ਹੁਣ ਦੋਨਾਂ ਦੇ ਵਿੱਚ ਟਕਰਾਅ ਹੁੰਦਾ, ਇੱਕ ਪਾਸੇ ਦੇਸ਼ ਭਗਤੀ ਹੈ, ਦੂਸਰੇ ਪਾਸੇ ਸਰਕਾਰ ਪ੍ਰਸਤੀ ਹੈ। ਇਹ ਦੋ ਸੋਚਾਂ ਦਾ ਆਪਸ ਦੇ ਵਿੱਚ ਟਕਰਾਅ ਦਿਖਾਇਆ ਗਿਆ ਇਸ ਚੈਪਟਰ ਦੇ ਵਿੱਚ। ਹੁਣ ਵੀਰੀ ਜਾਣਬੁੱਝ ਕੇ ਬਾਬਾ ਜੀ ਦੀ ਸਰਕਾਰੀ ਮਦਦ ਵਾਲੇ ਸਾਰੇ ਸਰਟੀਫਿਕੇਟਾਂ ਨੂੰ ਬੈਗ ਸਮੇਤ ਅਗਨ ਭੇਟ ਕਰ ਦਿੰਦੀ ਹੈ। ਇਸ ਕਾਂਡ ਦੇ ਵਿੱਚ ਦੇਖਦੇ ਹਾਂ ਅਸੀਂ, ਉਹ ਬਹਾਨਾ ਲਾਉਂਦੀ ਹੈ ਬਿਮਾਰੀ ਦਾ, ਤੇ ਬਿਮਾਰੀ ਦਾ ਬਹਾਨਾ ਲਾ ਕੇ ਉਹ ਇਹਨਾਂ ਨੂੰ ਅਗਨ ਭੇਟ ਕਰ ਦਿੰਦੀ ਹੈ। ਇੱਕ ਤਾਂ ਇਹਦੇ 'ਚ ਦੱਸਿਆ ਗਿਆ। ਦੂਸਰਾ ਕੀ ਹੈ ਕਿ ਜਿਹੜਾ ਬਾਬਾ ਜੀ ਸੀਗੇ ਨਾ, ਉਹਨੂੰ ਜੇਲ੍ਹ ਜ਼ਿਲ੍ਹੇ ਦਾ DC ਨੇ ਸੱਦਿਆ। ਉੱਥੇ ਸੱਦ ਕੇ ਉਹਨੂੰ ਉਹਦੀ ਬੇਇੱਜ਼ਤੀ ਕੀਤੀ ਕਿ ਦੱਸਿਆ ਗਿਆ ਕਿ ਤੇਰਾ ਜਿਹੜਾ ਬੇਟਾ ਹੈਗਾ ਉਹ ਸਰਕਾਰ ਦੇ ਖਿਲਾਫ ਕ੍ਰਾਂਤੀਕਾਰੀਆਂ ਦੀ ਮਦਦ ਕਰ ਰਿਹਾ ਤੇ ਸਰਕਾਰ ਦੇ ਖਿਲਾਫ ਇਹ ਬਹੁਤ ਵੱਡਾ ਕਦਮ ਹੈ, ਇਹ ਗੱਲ ਉਹਨੂੰ ਕਹੀ ਗਈ। ਤੇ ਬਾਬਾ ਜੀ ਜਦੋਂ ਜਾਂਦੇ ਸੀਗੇ ਨਾ ਸਰਕਾਰ ਦਰਬਾਰੇ, ਤੇ ਇੱਕ ਸਪੈਸ਼ਲ ਚੋਲਾ ਬਣਾਇਆ ਹੋਇਆ ਸੀ ਉਹਨਾਂ ਦਾ, ਚੋਗਾ, ਉਹ ਚੋਗਾ ਪਹਿਨ ਕੇ ਜਾਂਦੇ ਸੀਗੇ। ਤੇ ਬਾਬਾ ਜੀ ਨੂੰ ਜਦੋਂ ਉੱਥੇ ਗਿਆ ਬੈਠਣ ਨੂੰ ਵੀ ਨਾ ਕਿਹਾ ਗਿਆ, ਬਾਬਾ ਜੀ ਦੀ ਉੱਥੇ ਬੇਇੱਜ਼ਤੀ ਕੀਤੀ ਗਈ, ਸੁਖਦੇਵ ਸੋਢੀ ਦੀ ਬੇਇੱਜ਼ਤੀ ਕੀਤੀ ਗਈ ਇੱਕ ਤਰ੍ਹਾਂ ਦੇ ਨਾਲ। ਔਰ DC ਨੇ ਉਹਨੂੰ ਇਗਨੋਰ ਕੀਤਾ, ਔਰ DC ਨੇ ਉਹਨੂੰ ਦੱਸਿਆ ਕਿ ਤੂੰ ਕ੍ਰਾਂਤੀਕਾਰੀ ਦਾ ਬਾਪ ਹੈ, ਇਸ ਕਰਕੇ ਤੈਨੂੰ ਇਹਦੀ ਸਜ਼ਾ ਵੀ ਮਿਲ ਸਕਦੀ ਹੈ। ਇਸ ਗੱਲ ਤੋਂ ਸੁਖਦੇਵ ਸੋਢੀ ਘਬਰਾ ਜਾਂਦਾ। ਕਾਂਡ ਨੰਬਰ 31, ਇਹਦੇ ਵਿੱਚ ਕੀ ਦੱਸਿਆ ਗਿਆ ਕਿ ਸੁਖਦੇਵ ਸੋਢੀ ਦੀ ਜੇਲ੍ਹ ਦੇ DC ਨਾਲ ਹੋਈ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਗਿਆ ਇਹਦੇ 'ਚ। ਤੇ ਬੇਇੱਜ਼ਤੀ ਭਰੇ ਮਾਹੌਲ ਵਿੱਚ DC ਤੋਂ ਬਾਬਾ ਜੀ ਨੂੰ ਆਪਣੀ ਔਲਾਦ ਦੀਆਂ ਬਾਗੀ ਗਤੀਵਿਧੀਆਂ ਦਾ ਵੀ ਪਤਾ ਲੱਗਦਾ। ਪਹਿਲੀ ਵਾਰੀ ਪਤਾ ਲੱਗਦਾ ਕਿ ਜਿਹੜੀ ਮੇਰੀ ਔਲਾਦ ਹੈਗੀ ਹੈ ਨਾ, ਵੀਰੀ ਤੇ ਸੁਦਰਸ਼ਨ, ਉਹ ਬਾਗੀ ਗਤੀਵਿਧੀਆਂ ਦੇ ਨਾਲ ਸੰਬੰਧਿਤ ਹੈ। ਸੋਢੀ ਪਰਿਵਾਰ ਦੀ ਮੁਕਤੀ ਤਾਂ ਹੀ ਹੋ ਸਕਦੀ, DC ਨੇ ਇਹ ਗੱਲ ਕਹੀ ਉਹਨੂੰ ਕਿ ਸੋਢੀ ਪਰਿਵਾਰ ਦੀ ਮੁਕਤੀ ਤਾਂ ਹੀ ਹੋ ਸਕਦੀ ਹੈ ਜੇਕਰ ਸੁਦਰਸ਼ਨ ਨੂੰ DC ਅੱਗੇ ਪੇਸ਼ ਕੀਤਾ ਜਾਵੇ ਅਤੇ ਅੱਗੇ ਤੋਂ ਸੁਦਰਸ਼ਨ ਅਜਿਹੀਆਂ ਗਤੀਵਿਧੀਆਂ ਤੋਂ ਤੋਬਾ ਕਰ ਲਵੇ ਅਤੇ ਜਿਹੜੇ ਦੇਸ਼ ਭਗਤ ਗਦਰੀ ਹੈਗੇ ਆ ਉਹਨਾਂ ਨੂੰ ਫੜਾਉਣ ਦਾ ਉਹ ਯਤਨ ਕਰੇ। ਇਹ 2-3 ਸ਼ਰਤਾਂ 31 ਨੰਬਰ ਕਾਂਡ ਦੇ ਵਿੱਚ ਜਿਹੜਾ ਉੱਥੋਂ ਦਾ DC ਹੈਗਾ ਜੇਲ੍ਹ ਦਾ, ਉਹ ਸੁਖਦੇਵ ਸੋਢੀ ਦੇ ਅੱਗੇ ਰੱਖਦਾ ਹੈ। ਸੁਖਦੇਵ ਸੋਢੀ ਇਹਨਾਂ ਸ਼ਰਤਾਂ ਨੂੰ ਲੈ ਕੇ ਆਉਂਦਾ। 32 ਨੰਬਰ ਕਾਂਡ ਦੇ ਵਿੱਚ ਕੀ ਹੈ, ਨਾਵਲਕਾਰ ਨੇ ਇਸ ਕਾਂਡ ਵਿੱਚ ਇੱਕ ਔਰਤ ਦਿਖਾਈ ਹੈ, ਬਾਗੀਆਂ ਨਾਲ ਸੰਬੰਧਿਤ ਔਰਤ। ਉਹਦਾ ਨਾਂ ਹੈਗਾ ਗੁਲਾਬ ਕੌਰ। ਗੁਲਾਬ ਕੌਰ ਦਾ ਜ਼ਿਕਰ ਕੀਤਾ। ਇੱਕ ਇਨਕਲਾਬੀ ਔਰਤ ਆਗੂ ਸੀਗੀ ਉਹਦਾ ਬੀਰੀ ਨਾਲ ਮਿਲਾਪ ਹੁੰਦਾ ਹੈ। ਬੀਰੀ ਦੇ ਨਾਲ ਉਹ ਇੱਕ ਬਣਜਾਰਨ ਦੇ ਰੂਪ ਦੇ ਵਿੱਚ ਮਿਲਦੀ ਹੈ, ਬਣਜਾਰਨ ਦੇ ਭੇਸ਼ ਦੇ ਰੂਪ ਦੇ ਵਿੱਚ ਮਿਲਦੀ ਹੈ। ਔਰ ਉਹ ਆ ਕੇ ਬੀਰੀ ਨੂੰ ਸੁਦਰਸ਼ਨ ਦਾ ਹਾਲ ਦੱਸਦੀ ਹੈ ਕਿ ਭਾਈ ਜਿਹੜਾ ਸੁਦਰਸ਼ਨ ਹੈ ਤੇਰਾ ਭਰਾ, ਉਹ ਕਿੰਨਾ ਹਾਲਤਾਂ ਦੇ ਵਿੱਚ ਰਹਿ ਰਿਹਾ ਤੇ ਉਹਦੇ ਕੁਝ ਆਰਡਰ ਹੈ, ਕੁਝ ਉਹਦੇ ਹੁਕਮ ਹੈ ਤੇਰੇ ਲਈ, ਉਹ ਮੈਂ ਤੈਨੂੰ ਦੇਣ ਆਈ ਹਾਂ। ਹੁਣ ਇੱਥੇ ਆ ਕੇ ਬੀਰੀ ਦਾ ਤੇ ਉਹਦਾ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਹੈ। ਬੀਰੀ ਉਹਦੀ ਬਹੁਤ ਟਹਿਲ ਸੇਵਾ ਕਰਦੀ ਹੈ ਤੇ ਬੀਰੀ ਤੋਂ ਉਹ ਸਰਾਬੇ ਦਾ ਪਿਸਤੌਲ ਮੰਗਦੀ ਹੈ ਗੁਲਾਬ ਕੌਰ ਕਿ ਤੈਨੂੰ ਮੈਂ ਦੂਸਰਾ ਪਿਸਤੌਲ ਦਿੰਦੀ ਹੈਗੀ ਆ ਤੇ ਤੂੰ ਮੈਨੂੰ ਦੇ ਦਿਓ, ਪਰ ਬੀਰੀ ਇਹ ਦੇਣ ਤੋਂ ਇਨਕਾਰ ਕਰ ਦਿੰਦੀ ਹੈ। ਇਸ ਕਾਂਡ ਦੇ ਵਿੱਚ ਸਾਰਾ ਇਹਦਾ ਜ਼ਿਕਰ। ਇਸ ਮੁਲਾਕਾਤ ਵਿੱਚ ਗੁਲਾਬ ਕੌਰ ਬੀਰੀ ਦੇ ਭਰਾ ਸੁਦਰਸ਼ਨ ਦਾ ਸੁਨੇਹਾ ਦਿੰਦੀ ਹੈ ਉਹਨੂੰ, ਜਿਸ ਵਿੱਚ ਉਹ ਬੀਰੀ ਨੂੰ ਘਰ ਛੱਡ ਕੇ ਬਾਗੀਆਂ ਲਈ ਮਦਦ ਕਰਨ ਦਾ ਆਦੇਸ਼ ਦਿੰਦਾ ਵੀ ਤੂੰ ਬਾਗੀਆਂ ਦੀ ਮਦਦ ਕਰ ਗੁਲਾਬ ਕੌਰ ਦੀ ਤਰ੍ਹਾਂ। ਗੁਲਾਬ ਕੌਰ ਦੇ ਉੱਪਰ ਤਾਂ ਮੁਕੱਦਮਾ ਚੱਲ ਰਿਹਾ, ਕਦੋਂ ਹੀ ਪਕੜੀ ਜਾ ਸਕਦੀ ਹੈ। ਹੁਣ ਇਹਦੀ ਅਗਲੀ ਜਿਹੜੀ ਹੋਊਗੀ ਸਹਾਇਕ ਬਣ ਕੇ ਤੂੰ ਰਹਿ ਤੇ ਉਸ ਤੋਂ ਬਾਅਦ ਇਹਦੇ ਵਾਲੇ ਕੰਮ ਤੂੰ ਕਰੇਂਗੀ। ਕਾਂਡ ਨੰਬਰ 33 ਦੇ ਵਿੱਚ ਕਰਤਾਰ ਸਿੰਘ ਸਰਾਭਾ ਤੇ ਭਾਈ ਪਰਮਾਨੰਦ ਦੀ ਦੂਸਰੀ ਮੁਲਾਕਾਤ ਦਿਖਾਈ ਹੈ ਨਾਵਲਕਾਰ ਨੇ। ਉਹਦਾ ਜ਼ਿਕਰ ਕੀਤਾ। ਭਾਈ ਪਰਮਾਨੰਦ ਸਰਾਭੇ ਤੇ ਉਸਦੇ ਸਾਥੀਆਂ ਦੇ ਹਥਿਆਰਬੰਦ ਸੰਘਰਸ਼ ਦੇ ਸਥਾਨ ਤੇ ਇੱਕ ਨਵਾਂ ਦਿੰਦਾ ਹੈਗਾ, ਕਹਿ ਸਕਦੇ ਹੋ ਤੁਸੀਂ ਵੀ ਜਿਹੜਾ ਹਥਿਆਰਬੰਦ ਸੰਘਰਸ਼ ਹੈਗਾ ਉਹਦੇ ਸਥਾਨ ਦੇ ਉੱਪਰ ਇੱਕ ਨਵਾਂ ਸਿਧਾਂਤ, ਅਹਿੰਸਾਵਾਦੀ ਗਾਂਧੀਵਾਦੀ ਸਿਧਾਂਤ, ਕਹਿੰਦਾ ਉਹਦੇ ਅਨੁਸਾਰ ਵੀ ਆਪਾਂ ਦੇਸ਼ ਦੀ ਆਜ਼ਾਦ ਕਰਾ ਸਕਦੇ ਹਾਂ। ਇਹਦੀ ਵਕਾਲਤ ਕਰਦਾ। ਸਰਾਭੇ ਤੇ ਉਹਦੇ ਵਿੱਚ ਦੀ ਕਾਫੀ ਬਹਿਸ ਹੁੰਦੀ ਹੈ, ਪਰ ਕਰਤਾਰ ਸਿੰਘ ਸਰਾਭਾ ਆਪਣੇ ਵਿਚਾਰਾਂ ਤੇ ਡਟਿਆ ਰਹਿੰਦਾ। ਉਹ ਕਹਿੰਦਾ ਨਹੀਂ, ਅਹਿੰਸਾਵਾਦ ਦੀ ਲਹਿਰ ਚਲਾ ਕੇ ਅਸੀਂ ਦੇਸ਼ ਨੂੰ ਆਜ਼ਾਦ ਨਹੀਂ ਕਰਾ ਸਕਦੇ, ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦੇ ਲਈ ਤਾਂ ਹਥਿਆਰ ਚੱਕਣੇ ਜ਼ਰੂਰੀ ਹੈ। ਇਹ ਗੱਲ ਕਰਤਾਰ ਸਿੰਘ ਸਰਾਭਾ ਨੂੰ ਕਹਿੰਦਾ ਸੀ। ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਦੇ ਵਿੱਚ ਇਹ ਚੀਜ਼ ਨਿਕਲ ਕੇ ਆਉਂਦੀ ਹੈ। ਕਾਂਡ ਨੰਬਰ 34 ਦੇ ਵਿੱਚ ਨਾਵਲਕਾਰ ਨੇ ਸੋਢੀ ਨੂੰ ਆਪਣੇ ਪੁੱਤਰ ਸੁਖਦੇਵ ਸੋਢੀ ਨੂੰ ਆਪਣੇ ਪੁੱਤਰ ਸੁਦਰਸ਼ਨ ਨੂੰ ਲੱਭਦੇ ਹੋਏ ਦਿਖਾਇਆ। ਕਿਤੇ ਉਹ ਲਾਹੌਰ ਜਾਂਦਾ, ਕਿਤੇ ਲੁਧਿਆਣੇ ਜਾਂਦਾ, ਤੇ ਤਾਂ ਜੋ ਉਹ ਆਪਣੇ ਪੁੱਤ ਨੂੰ ਲੱਭ ਕੇ DC ਅੱਗੇ ਪੇਸ਼ ਕਰ ਸਕੇ ਤੇ ਉਸ ਦੇ ਗੁਨਾਹਾਂ ਨੂੰ ਮਾਫ ਕਰਾ ਸਕੇ, DC ਤੋਂ ਉਹਦੇ ਜਿਹੜੇ ਗੁਨਾਹ ਬਖਸ਼ਾਏ ਜਾ ਸਕਣ। ਇਸ ਲਈ ਉਹ ਬਾਰ-ਬਾਰ ਕਿਤੇ ਲਾਹੌਰ ਜਾਂਦਾ, ਕਿਤੇ ਉਹ ਲੁਧਿਆਣੇ ਜਾਂਦਾ, ਪਰ ਉਹਨੂੰ ਲੱਭਦਾ ਨਹੀਂ ਗਾ ਸੁਦਰਸ਼ਨ, ਜਦ ਕਿ ਸੁਦਰਸ਼ਨ ਵਰਗੇ ਨੂੰ ਖੁਦ ਨੂੰ ਪਤਾ ਹੈਗਾ ਕਿ ਜਿਹੜਾ ਕਿਸ ਢੰਗ ਦੇ ਨਾਲ ਸਾਨੂੰ ਉਹ ਲੱਭ ਰਿਹਾ
ਤਾਂ ਕਿ ਡੀਸੀ ਦੇ ਅੱਗੇ ਪੇਸ਼ ਕੀਤਾ ਜਾ ਸਕੇ। ਨਾਵਲਕਾਰ ਨੇ ਇਸ ਚੀਜ਼ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸੋ ਵਿਦਿਆਰਥੀਓ 34 ਨੰਬਰ ਕਾਂਡ ਤੇ ਇੱਕ ਇੰਨੀ ਕੁ ਗੱਲ ਹੋਈ ਹੈ। ਕਾਂਡ ਨੰਬਰ 35 ਦੇ ਵਿੱਚ ਕੀ ਹੈ? ਇਸ ਕਾਂਡ ਵਿੱਚ ਨਾਵਲਕਾਰ ਸੁਖਦੇਵ ਸੋਢੀ ਨੂੰ ਨਿਰਾਸ਼ਾਵਾਦੀ ਸਥਿਤੀ ਦੇ ਵਿੱਚ ਦਿਖਾਉਂਦਾ। ਉਹ ਨਿਰਾਸ਼ਾਵਾਦੀ ਸਥਿਤੀ ਦੇ ਵਿੱਚ ਪਿਆ ਹੋਇਆ। ਉਹ ਦੂਸਰੀ ਵਾਰ ਫਿਰ ਜੇਲ੍ਹ ਦੇ ਡੀਸੀ ਅੱਗੇ ਪੇਸ਼ ਹੁੰਦਾ ਕਿ ਭਾਈ ਮੈਨੂੰ ਮੇਰਾ ਪੁੱਤ ਨਹੀਂ ਮਿਲਿਆ, ਜਿਹੜਾ ਸੁਦਰਸ਼ਨ ਆ ਉਹ ਮੈਨੂੰ ਨਹੀਂ ਮਿਲਿਆ, ਮੈਂ ਹੁਣ ਇਹਦੇ ਲਈ ਤੁਹਾਡੇ ਤੋਂ ਮਾਫੀ ਮੰਗਦਾ। ਇਹ ਗੱਲ ਵੀ ਕਹਿੰਦਾ ਉੱਥੇ ਹੋ ਜਾ ਕੇ। ਬੜਾ ਮਜੂਸੀ ਦੀ ਹਾਲਤ ਦੇ ਵਿੱਚ ਦਿਖਦਾ ਹੈਗਾ ਇੱਥੇ, ਔਰ ਉਹ ਤੋਂ ਮਾਫੀ ਮੰਗਦਾ। ਪਰ ਡੀਸੀ ਅੱਗੇ ਕਹਿੰਦਾ ਵੀ ਗੱਲ ਇਹ ਨਹੀਂ ਕਿ ਸਿਰਫ ਤੇਰਾ ਬੇਟਾ ਹੀ ਇਸ ਦੇ ਵਿੱਚ ਸ਼ਾਮਲ ਹੈ, ਸਗੋਂ ਤੇਰੀ ਬੇਟੀ ਵੀ ਬਾਗੀਆਂ ਦੇ ਨਾਲ ਰਲੀ ਹੋਈ ਹੈ। ਇਹ ਗੱਲ ਸੁਣ ਕੇ ਸੁਖਦੇਵ ਸੋਢੀ ਬਿਲਕੁਲ ਹੀ ਟੁੱਟ ਜਾਂਦਾ ਜਦੋਂ ਉਹਨੂੰ ਪਤਾ ਲੱਗਦਾ ਮੇਰੀ ਬੇਟੀ ਬੀਰੀ ਵੀ ਬਾਗੀਆਂ ਦੇ ਨਾਲ ਰਲੀ ਹੋਈ ਹੈ। ਇਹ ਗੱਲ ਸੁਣ ਕੇ ਉਹਨੂੰ ਬਹੁਤ ਝਟਕਾ ਲੱਗਦਾ, ਦੁੱਖ ਲੱਗਦਾ। ਉਹ ਕਹਿੰਦਾ ਵੀ ਇਹ ਤਾਂ ਬੜੀ ਮਜੂਸੀ ਵਾਲੀ ਹਾਲਤ ਹੈ ਮੇਰੀ, ਬੜੀ ਕਹਿ ਸਕਦੇ ਵੀ ਹਾਸੋਹੀਣੀ ਹਾਲਤ ਹੋ ਗਈ ਉਹਦੀ, ਜਦ ਕਿ ਆਪਦੀ ਬੇਟੀ ਨੂੰ ਬਹੁਤ ਸਮਝਦਾ ਸੀਗਾ ਕਿ ਵੀ ਨਹੀਂ ਉਹ ਤਾਂ ਭੋਲੀ ਭਾਲੀ ਹੈ। ਡੀਸੀ ਕਹਿੰਦਾ ਨਹੀਂ, ਇਹ ਜਿਹੀ ਹਾਲ ਨਹੀਂ, ਉਹ ਆਪਣੇ ਭਰਾ ਦੀ ਤਰ੍ਹਾਂ ਬਾਗੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ, ਤੇਰੀ ਜਿਹੜੀ ਬੇਟੀ ਹੋਗੀ। ਡੀਸੀ ਅਨੁਸਾਰ ਸੁਖਦੇਵ ਸੋਢੀ ਦਾ ਛੁਟਕਾਰਾ ਤਾਂ ਹੀ ਸੰਭਵ ਹੈ ਜੇਕਰ ਗਦਰੀ ਬਾਗੀ ਮਥਰਾ ਸਿੰਘ ਨੂੰ ਉਹ ਗ੍ਰਿਫਤਾਰ ਕਰਾ ਦੇਵੇ। ਇੱਕ ਗਦਰੀ ਜਿਵੇਂ ਮਥਰਾ ਸਿੰਘ ਦਾ ਆਪਾਂ ਪਿੱਛੇ ਜ਼ਿਕਰ ਕੀਤਾ ਸੀ, ਉਹ ਕਾਬਲ ਚਲਿਆ ਗਿਆ ਸੀ ਅਫਗਾਨਿਸਤਾਨ ਦੇ ਵਿੱਚ, ਉੱਥੇ ਜਾ ਕੇ ਭੇਸ ਬਦਲ ਕੇ ਰਹਿ ਰਿਹਾ ਸੀਗਾ। ਕਹਿੰਦਾ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਤੂੰ ਮਥਰਾ ਸਿੰਘ ਨੂੰ ਗ੍ਰਿਫਤਾਰ ਕਰਾ ਦੇ, ਬਾਕੀ ਸਾਰੇ ਗੁਨਾਹ ਤੇਰੇ ਬਖਸ਼ ਦਿਆਂਗੇ ਸੀ ਕਹਿੰਦਾ। ਹੁਣ ਉਹ ਮਥਰਾ ਸਿੰਘ ਦੇ ਬਾਰੇ ਦੱਸਦਾ ਕਿ ਮਥਰਾ ਸਿੰਘ ਤਾਂ ਮੇਰੇ ਸਹੁਰੇ ਪਿੰਡ ਦਾ ਢੁੰਡਿਆਲ ਦਾ, ਮੈਂ ਸੌਖੇ ਢੰਗ ਨਾਲ ਉਹਨੂੰ ਪਕੜਾ ਦੂੰਗਾ। ਇਹ ਇੱਕ ਵਾਅਦਾ ਕਰਦਾ ਡੀਸੀ ਦੇ ਨਾਲ। ਉਹ ਹੁਣ ਮਥਰਾ ਸਿੰਘ ਦਾ ਸੰਬੰਧ ਸੁਖਦੇਵ ਸੋਢੀ ਦੇ ਸਹੁਰਾ ਪਿੰਡ ਢੁੰਡਿਆਲ ਨਾਲ ਹੈ, ਇਸ ਕਰਕੇ ਉਹ ਜਦੋਂ ਇੱਕ ਵਾਰੀ ਮਿਲੂਗਾ ਮਥਰਾ ਸਿੰਘ ਨੂੰ ਤੇ ਮਥਰਾ ਸਿੰਘ ਨੂੰ ਸੌਖੇ ਢੰਗ ਦੇ ਨਾਲ ਕਾਨਫੀਡੈਂਸ ਦੇ ਵਿੱਚ ਲੈ ਕੇ ਪੁਲਿਸ ਦੇ ਪਾਸ ਭੇਜ ਸਕਦਾ, ਉਹ ਜਾਂ ਧੋਖੇ ਨਾਲ ਪੜਵਾ ਸਕਦਾ। ਅੱਗੇ ਜਾ ਕੇ ਨਾਵਲ 'ਚ ਦੇਖਾਂਗੇ ਆਪਾਂ ਕਿਵੇਂ ਹੋਇਆ ਸੀਗਾ। ਹੁਣ ਇੱਥੋਂ ਤੱਕ ਵਿਦਿਆਰਥੀਓ ਨਾਵਲਕਾਰ ਇਹ ਚੀਜ਼ ਦੱਸ ਰਿਹਾ ਹੈਗਾ। ਸੁਖਦੇਵ ਸੋਢੀ ਜੇਲ੍ਹ ਦੇ ਡੀਸੀ ਤੋਂ ਆਗਿਆ ਲੈ ਕੇ ਸਿੱਧਾ ਆਪਣੇ ਪਿੰਡ ਹਰਨਪੁਰ ਆ ਜਾਂਦਾ। ਹਰਨਪੁਰ ਆ ਕੇ ਉਹ ਸਭ ਤੋਂ ਪਹਿਲਾਂ ਇੱਕ ਤਿਆਰੀ ਕਰਦਾ ਕਿ ਬਾਗੀ ਮਥਰਾ ਸਿੰਘ ਨੂੰ ਗ੍ਰਿਫਤਾਰ ਕਿਵੇਂ ਕਰਾਉਣਾ, ਕਾਬਲ ਜਾਣ ਦੇ ਲਈ ਪੈਸੇ ਟਕੇ ਦਾ ਪ੍ਰਬੰਧ ਕਿਵੇਂ ਕਰਨਾ। ਪਰ ਉਹਨੂੰ ਬੀਰੀ ਤੇ ਬੜਾ ਗੁੱਸਾ ਆਉਂਦਾ। ਘਰ ਆ ਕੇ ਸਭ ਤੋਂ ਪਹਿਲਾਂ ਬੀਰੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਦਾ, ਜਿਸ ਕਾਰਨ ਬੀਰੀ ਦੀ ਬਾਂਹ ਟੁੱਟ ਜਾਂਦੀ ਹੈ। ਇਸ ਕਾਂਡ ਦੇ ਵਿੱਚ ਅਸੀਂ ਇਹ ਦੇਖਦੇ ਹਾਂ। 36 ਨੰਬਰ ਕਾਂਡ ਦੇ ਵਿੱਚ ਕੀ ਹੈ ਕਿ ਬੀਰੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਸੁਖਦੇਵ ਸੋਢੀ ਬਹੁਤ ਪਛਤਾਉਂਦਾ, ਕਿਉਂਕਿ ਬੀਰੀ ਦੀ ਬਾਂਹ ਟੁੱਟ ਜਾਂਦੀ ਹੈ ਤੇ ਡਾਕਟਰ ਬੀਰੀ ਨੂੰ 1 ਮਹੀਨੇ ਦੀ ਬੈੱਡ ਰੈਸਟ ਦੀ ਸਲਾਹ ਦਿੰਦਾ। ਹੁਣ ਬਾਬਾ ਜੀ ਨੂੰ ਇਹ ਗੱਲ ਦਾ ਬੜਾ ਦੁੱਖ ਲੱਗਦਾ। ਉਹ ਜਲਦ ਤੋਂ ਜਲਦੀ ਜਾਣਾ ਚਾਹੁੰਦਾ ਕਾਬਲ, ਉੱਥੇ ਜਾ ਕੇ ਇੱਕ ਗਦਰੀ ਨੂੰ ਪੜ੍ਹਾ ਕੇ ਪੁਲਿਸ ਦੀ ਨਜ਼ਰ ਦੇ ਵਿੱਚ, ਸਰਕਾਰ ਦੀ ਨਜ਼ਰ ਦੇ ਵਿੱਚ ਫਿਰ ਉੱਚਾ ਉੱਠਣਾ ਚਾਹੁੰਦਾ। ਹੁਣ ਬਾਬੇ ਜੀ ਨੂੰ ਇਹ ਫਿਕਰ ਹੈ ਕਿ ਬੀਰੀ ਦੀ ਦੇਖਭਾਲ ਕੌਣ ਕਰੂਗਾ। ਉਹ ਮਨ ਦੇ ਵਿੱਚ ਵਿਚਾਰ ਚਰਚਾ ਕਰਦਾ, ਦੇਖਦਾ ਵੀ ਕਿਹਨੂੰ ਆਪਾਂ ਬੀਰੀ ਦੀ ਦੇਖਭਾਲ ਦੇ ਲਈ ਲਾਉਣਾ। ਉਹ ਚਾਹੁੰਦਾ ਸੀ ਮੈਂ ਜਲਦੀ ਤੋਂ ਜਲਦੀ ਵਿਹਲਾ ਹੋਵਾਂ, ਪੈਸੇ ਟਕੇ ਦਾ ਪ੍ਰਬੰਧ ਕਰਾਂ ਤੇ ਕਾਬਲ ਜਾ ਕੇ ਮਥਰਾ ਸਿੰਘ ਨੂੰ ਗ੍ਰਿਫਤਾਰ ਕਰਾ ਕੇ ਤੇ ਆਪਣਾ ਡੀਸੀ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਾਂ, ਤਾਂ ਜੋ ਸਰਕਾਰ ਦੇ ਦਰਬਾਰੇ ਫਿਰ ਮੇਰੀ ਚੜ੍ਹਤ ਹੋ ਜਾਵੇ। ਸਰਕਾਰ ਦੀ ਨਜ਼ਰਾਂ ਦੇ ਵਿੱਚ ਮੈਂ ਫਿਰ ਇੱਕ ਦੇਸ਼ ਭਗਤ, ਸਰਕਾਰ ਦੀ ਨਜ਼ਰਾਂ 'ਚ ਦੇਸ਼ ਭਗਤ ਬਣ ਜਾਵਾਂ। ਹਾਲਾਂਕਿ ਉਹ ਦੇਸ਼ ਧਰੋਹੀ ਹੈ, ਅੱਜ ਆਪਾਂ ਇਹ ਕਹਾਂਗੇ, ਕਿਉਂਕਿ ਅਸੀਂ ਦੇਸ਼ ਦੇ ਪੱਖ ਤੋਂ ਸੋਚਦੇ ਹਾਂ, ਉਹ ਸਰਕਾਰ ਦੇ ਪੱਖ ਤੋਂ ਸੋਚ ਰਿਹਾ ਸੀ ਉਸ ਸਮੇਂ ਦੀ ਸਰਕਾਰ ਦੇ ਪੱਖ ਤੋਂ। ਬੀਰੀ ਦੀ ਬਿਮਾਰੀ ਨੇ ਉਸਦੇ ਸੁਭਾਅ ਨੂੰ ਚਿੜਚਿੜਾ ਕਰ ਦਿੱਤਾ। ਉਹ ਆਂਢ ਗੁਆਂਢ ਨਾਲ ਵੀ ਲੜਨ ਲੱਗ ਪਿਆ ਸੀਗਾ। ਬੀਰੀ ਦਾ ਜਿਹੜਾ ਸੁਭਾਅ, ਬੀਰੀ ਦੀ ਜਿਹੜੀ ਹਾਲਤ ਦੇਖ ਕੇ ਉਹ ਚਿੜਚਿੜਾ ਹੋ ਗਿਆ ਸੀ। ਹੁਣ ਸੁਖਦੇਵ ਸੋਢੀ ਦੀ ਸਮੱਸਿਆ ਇਹ ਹੈ ਕਿ ਉਹ ਜਲਦੀ ਤੋਂ ਜਲਦੀ ਜਾਣਾ ਚਾਹੁੰਦਾ ਹੈ, ਪਰ ਬੀਰੀ ਉਹਦੇ ਰਾਹ ਦੇ ਵਿੱਚ ਇੱਕ ਰੋੜਾ ਬਣਦੀ, ਚਿੜਚਿੜਾ ਸੁਭਾਅ ਹੋ ਜਾਂਦਾ ਉਹਦਾ। ਉਹ ਆਂਢ ਗੁਆਂਢ ਨਾਲ ਵੀ ਲੜਦਾ, ਆਪਣੇ ਆਪ ਨੂੰ ਵੀ ਕਈ ਵਾਰੀ ਕੁੱਟਣਾ ਸ਼ੁਰੂ ਕਰ ਦਿੰਦਾ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਸੁਖਦੇਵ ਸੋਢੀ ਦੀ ਹਾਲਤ ਬੜੀ ਤਰਸਯੋਗ ਹੈ। ਤਰਸਯੋਗ ਹਾਲਤ ਦੇ ਵਿੱਚ ਉਹ ਆਪਣੇ ਆਪ ਨੂੰ ਪਾਉਂਦਾ, ਔਰ ਨਾਵਲਕਾਰ ਨੇ ਉਹਦੀ ਇਸ ਹਾਲਤ ਦਾ ਜ਼ਿਕਰ ਕਾਂਡ ਨੰਬਰ 36 ਦੇ ਵਿੱਚ ਕੀਤਾ। ਬੀਰੀ ਨੂੰ ਆਪਣੇ ਪਿਤਾ ਦੇ ਆਚਰਣ ਨਾਲ ਬਹੁਤ ਨਫ਼ਰਤ ਹੋ ਜਾਂਦੀ ਹੈ ਵਿਦਿਆਰਥੀਓ। ਇਸ ਕਾਂਡ ਦੇ ਵਿੱਚ ਅਸੀਂ ਦੇਖਦੇ ਹਾਂ ਉਹਦੇ ਕਰੈਕਟਰ ਦੇ ਨਾਲ ਬੜੀ ਨਫ਼ਰਤ ਹੋ ਜਾਂਦੀ ਹੈ। ਉਹਦਾ ਕਾਰਨ ਇਹ ਸੀ ਕਿ ਗੁਲਾਬ ਕੌਰ ਉਹਨੂੰ ਦੱਸ ਗਈ ਸੀ ਕਿ ਜਿਹੜਾ ਤੇਰਾ ਫਾਦਰ ਹੈ ਨਾ, ਉਹ ਅੱਡੀ ਚੋਟੀ ਦਾ ਜ਼ੋਰ ਲਾਈ ਜਾਂਦਾ ਉਹ ਆਪਣੇ ਹੀ ਪੁੱਤਰ ਨੂੰ, ਤੇਰੇ ਭਰਾ ਨੂੰ ਪੜ੍ਹਾਉਣ ਦੇ ਲਈ, ਸੁਦਰਸ਼ਨ ਨੂੰ ਪੜ੍ਹਾਉਣ ਦੇ ਲਈ, ਉਹਨੂੰ ਗ੍ਰਿਫਤਾਰ ਕਰਾਉਣ ਦੇ ਲਈ।
ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਔਰ ਉਹ ਸਿਰਫ ਤੇ ਸਿਰਫ ਸਰਕਾਰੀ ਦਰਬਾਰੇ ਆਪਣਾ ਨਾਂ ਚਮਕਾਉਣਾ ਚਾਹੁੰਦਾ। ਉਹਨੂੰ ਨਾ ਤਾਂ ਦੇਸ਼ ਦੇ ਨਾਲ ਕੋਈ ਪਿਆਰ ਹੈ, ਉਹਨੂੰ ਨਾ ਕੋਈ ਪਰਿਵਾਰ ਦੇ ਨਾਲ ਪਿਆਰ ਹੈ, ਨਾ ਉਹਦਾ ਕੋਈ ਪੁੱਤ ਹੈ, ਨਾ ਕੋਈ ਉਹਦਾ ਧੀ ਹੈ। ਇਹ ਗੱਲ ਦਾ ਜਦੋਂ ਬੀਰੀ ਨੂੰ ਪਤਾ ਲੱਗਦਾ ਤਾਂ ਉਹਦੇ ਨਾਲ ਨਫ਼ਰਤ ਕਰਨ ਲੱਗ ਜਾਂਦੀ ਹੈ ਉਹ। ਸੋ ਇੱਥੇ ਆ ਕੇ ਅਸੀਂ ਇਹ ਚੀਜ਼ ਦੇਖਦੇ ਹਾਂ। ਕਾਂਡ ਨੰਬਰ 37 ਅੱਜ ਦੇ ਜਿਹੜੇ ਲੈਕਚਰ ਦਾ ਅਖੀਰਲਾ ਕਾਂਡ। ਮਥੁਰਾ ਸਿੰਘ ਦਾ ਖੁਰਾ ਖੋਜ ਲੱਭਣ ਲਈ ਸੁਖਦੇਵ ਸੋਢੀ ਧਨ ਦਾ ਪ੍ਰਬੰਧ ਕਰਨ ਲਈ ਤਤਪਰ ਹੈ। ਉਹ ਇਸ ਕੰਮ ਦੇ ਉੱਪਰ ਲੱਗਿਆ ਹੋਇਆ। ਉਹ ਇੱਕ ਸ਼ਾਹੂਕਾਰ ਕੋਲ ਆਪਣੀ ਹਵੇਲੀ ਗਹਿਣੇ ਰੱਖ ਦਿੰਦਾ ਤੇ ਉੱਥੋਂ ਪੈਸਾ ਹਾਸਲ ਕਰਦਾ ਤੇ ਪੈਸੇ ਦਾ ਪ੍ਰਬੰਧ ਇੱਥੋਂ ਕਰ ਲੈਂਦਾ। ਹੁਣ ਦੂਸਰਾ ਪ੍ਰਬੰਧ ਸੀਗਾ ਕਿ ਬੀਰੀ ਦੀ ਦੇਖਭਾਲ ਲਈ ਕਿਹਨੂੰ ਰੱਖਿਆ ਜਾਵੇ। ਹੁਣ ਇੱਥੇ ਨਾਵਲਕਾਰ ਨੇ ਕੀ ਕੀਤਾ ਹੈ ਕਿ ਭਾਗ ਨੰਬਰ ਪਹਿਲੇ ਦਾ ਜਿਹੜਾ ਕਾਂਡ ਨੰਬਰ 5 ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਦਿਆਲਾ ਆਪਣੇ ਪਿੰਡੋਂ ਚੱਕ ਜਾਨੀ ਤੋਂ ਸੁਖਦੇਵ ਸੋਢੀ ਦੇ ਪਿੰਡ ਹਰਨਪੁਰ ਇਸ ਦੇ ਲਈ ਆਉਂਦਾ ਹੈ ਕਿ ਹਰਨਪੁਰ ਜਾ ਕੇ ਉਹ ਮੈਨੂੰ ਫੌਜ ਦੇ ਵਿੱਚ ਭਰਤੀ ਕਰਵਾ ਦੇਊਗਾ। ਹਰਨਪੁਰ ਇਸ ਕਰਕੇ ਜਾਂਦਾ ਸੁਖਦੇਵ ਸੋਢੀ ਕੋਲ ਕਿ ਉਹਦੀ ਮੈਂ ਸਿਫਾਰਿਸ਼ ਲਵਾਉਂਗਾ ਤੇ ਉਹਦੀ ਸਿਫਾਰਿਸ਼ ਦੇ ਨਾਲ ਮੈਂ ਫੌਜ ਦੇ ਵਿੱਚ ਭਰਤੀ ਹੋ ਜਾਊਗਾ। ਪਰ ਹੁਣ ਸੁਖਦੇਵ ਸੋਢੀ ਤਾਂ ਹੋਰ ਹੀ ਚੱਕਰਾਂ ਦੇ ਵਿੱਚ ਫਸਿਆ ਹੋਇਆ। ਸੁਖਦੇਵ ਸੋਢੀ ਤਾਂ ਕਈ ਹੋਰ ਤਰ੍ਹਾਂ ਦੇ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ। ਸੋ ਵਿਦਿਆਰਥੀਓ ਇੱਥੇ ਅਸੀਂ ਦੇਖਦੇ ਹਾਂ ਕਿ ਸੁਖਦੇਵ ਸੋਢੀ ਨੂੰ ਦਿਆਲਾ ਇੱਕ ਬਹੁਤ ਵੱਡੀ ਰਾਹਤ ਦੇ ਰੂਪ ਦੇ ਵਿੱਚ ਮਿਲਦਾ, ਕੁਦਰਤੀ ਰਾਹਤ ਦੇ ਰੂਪ ਦੇ ਵਿੱਚ। ਕਾਂਡ ਨੰਬਰ 5 ਦੀ ਜਿਹੜੀ ਕਹਾਣੀ ਹੈ ਨਾ, ਕਾਂਡ ਨੰਬਰ 37 ਦੇ ਵਿੱਚ, ਇਸ ਵਿਭਾਗ ਦੇ ਕਾਂਡ ਨੰਬਰ 37 ਦੇ ਵਿੱਚ ਲੇਖਕ ਆ ਕੇ ਪੂਰੀ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਸੁਖਦੇਵ ਸੋਢੀ ਲਈ ਦਿਆਲਾ ਕੁਦਰਤੀ ਨਿਆਮਤ ਦੀ ਤਰ੍ਹਾਂ ਬੌੜਦਾ। ਉਸਦੇ ਘਰ ਛੱਡ ਕੇ ਜਾਣਾ ਹੈ। ਇਹ ਪਤਾ ਹੀ ਆਪਾਂ ਨੂੰ ਕਿ ਨਾਵਲਕਾਰ ਦੱਸ ਰਿਹਾ ਕਿ ਉਹਨੇ ਘਰ ਛੱਡ ਕੇ ਜਲਦੀ ਤੋਂ ਜਲਦੀ ਜਾਣਾ ਚਾਹੁੰਦਾ ਉਹ, ਤਾਂ ਜੋ ਆਪਣੇ ਮਕਸਦ ਦੀ ਪ੍ਰਾਪਤੀ ਕਰ ਸਕੇ। ਉਹ ਇਹ ਚੀਜ਼ ਕਿ ਮੈਂ ਆਪਣੇ ਮਕਸਦ ਦੀ ਪ੍ਰਾਪਤੀ ਕਰਾਂ, ਮੈਂ ਜਿਹੜਾ ਇੱਕ ਬਾਗੀ ਹੈਗਾ ਉਹਨੂੰ ਫੜਾ ਸਕਾਂ। ਬੀਰੀ ਘਰੇ ਇਕੱਲੀ ਹੈ। ਹੁਣ ਉਸਦੀ ਸਾਂਭ ਸੰਭਾਲ ਲਈ ਦਿਆਲਾ ਆ ਗਿਆ। ਉਸਦੀ ਚਿੰਤਾ ਖਤਮ ਹੋ ਗਈ ਹੈ, ਉਹ ਚਿੰਤਾ ਮੁਕਤ ਹੋ ਗਿਆ। ਚਿੰਤਾ ਮੁਕਤ ਹੋ ਕੇ ਉਹ ਢੰਡਿਆਲ ਲਈ ਰਵਾਨਾ ਹੋ ਜਾਂਦਾ ਹੈ। ਇੱਥੇ ਆ ਕੇ ਜਿਹੜੇ 37 ਨੰਬਰ ਕਾਂਡ ਖਤਮ ਹੋ ਜਾਂਦਾ ਹੈ। 37 ਨੰਬਰ ਕਾਂਡ ਤੇ ਜਿਹੜੇ ਕੁਛ ਆਪਾਂ ਰਿਜ਼ਲਟ ਕੱਢਿਆ ਜਾਂ ਕੁਛ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਉਹ ਕਿਹੜੀਆਂ। ਪਹਿਲਾਂ ਤਾਂ ਇਹ ਕਿ ਤੀਸਰੇ ਭਾਗ ਦੇ ਵਿੱਚ ਆ ਕੇ ਨਾਵਲਕਾਰ ਨੇ ਗਦਰੀ ਕ੍ਰਾਂਤੀਕਾਰੀਆਂ ਉੱਪਰ ਚੱਲੇ ਕੇਸਾਂ ਦਾ ਜ਼ਿਕਰ ਕੀਤਾ, ਉਹਦੀ ਜਾਣਕਾਰੀ ਦਿੰਦਾ ਸਾਨੂੰ, ਪਾਠਕ ਵਰਗ ਨੂੰ ਉਹਦੀ ਜਾਣਕਾਰੀ ਦਿੰਦਾ। ਜਿਹੜਾ ਜਿੰਨੇ ਕੁ ਤੀਸਰੇ ਭਾਗ ਦੇ ਵਿੱਚ ਜਿਹੜੇ ਕੇਸ ਚੱਲੇ ਸੀਗੇ ਉਹਨਾਂ ਕੇਸਾਂ ਦੀ ਗੱਲ ਨਾਵਲਕਾਰ ਕਰਦਾ ਹੈ। ਕਰਤਾਰ ਸਿੰਘ ਸਰਾਭਾ ਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਇਹ ਵੀ ਸਾਨੂੰ ਪਤਾ ਲੱਗਦਾ ਕਿ ਉਹਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਜਿਹੜਾ ਲਾਹੌਰ ਜੇਲ੍ਹ ਦੇ ਵਿੱਚ ਇੱਕ ਜਿਹੜਾ ਕੇਸ ਚੱਲਦਾ, ਉਸ ਕੇਸ ਦੇ ਵਿੱਚ ਜਿਹੜੇ ਦੇਸ਼ ਧਰੋਹੀ ਲੋਕ ਹੈਗੇ ਆ ਉਹ ਗਵਾਹੀਆਂ ਦਿੰਦੇ ਆ। ਜੈਲਦਾਰ, ਨੰਬਰਦਾਰ, ਪੁਲਿਸ ਵਾਲੇ ਜਾਂ ਹੋਰ ਜਿਹੜੇ ਦੇਸ਼ ਧਰੋਹੀ ਲੋਕ ਹੈ ਉਹ ਕ੍ਰਾਂਤੀਕਾਰੀ ਦੇ ਖਿਲਾਫ ਝੂਠੀਆਂ ਗਵਾਹੀਆਂ ਦਿੰਦੇ ਆ। ਉਹਨਾਂ ਝੂਠੀਆਂ ਗਵਾਹੀਆਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ। ਹੁਣ ਨਵੇਂ ਕਾਨੂੰਨ ਅਨੁਸਾਰ ਝੂਠੇ ਗਵਾਹਾਂ ਦੀਆਂ ਗਵਾਹੀਆਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਫਾਂਸੀ ਦਾ ਹੁਕਮ ਤਾਂ ਸੁਣਾ ਦਿੱਤਾ ਜਾਂਦਾ, ਜਲਦੀ ਤੋਂ ਜਲਦੀ ਫਾਂਸੀ ਹੋਊਗੀ। ਠੀਕ ਹੈ, ਨਾ ਹੀ ਉਹ ਕਿਤੇ ਅਪੀਲ ਕਰ ਸਕਦਾ। ਅਪੀਲ ਕਿੱਥੇ ਕਰਨੀ ਸੀ? ਮਹਾਰਾਣੀ ਕੋਲੇ ਪਹੁੰਚ ਕਰਨੀ ਬੜੀ ਔਖੀ ਸੀਗੀ। ਸੁਖਦੇਵ ਸੋਢੀ ਦੁਖੀ ਹਾਲਤਾਂ ਵਿੱਚ ਦਿਖਾਈ ਦਿੰਦਾ ਹੈ। ਇਸ ਨਾਵਲ ਦੇ ਇਸ ਭਾਗ ਦੇ ਵਿੱਚ ਆ ਕੇ ਦੇਖਦੇ ਹਾਂ ਅਸੀਂ ਬੜੀ ਦੁਖੀ ਹਾਲਤ ਦੇ ਵਿੱਚ ਆ ਉਹ। ਇੱਕ ਪਾਸੇ ਉਹਦੇ ਪ੍ਰਸ਼ੰਸਾ ਪੱਤਰਾਂ ਨੂੰ ਵੀਰੀ ਸਾੜ ਦਿੰਦੀ ਹੈ। ਜਿੰਨੇ ਪ੍ਰਸ਼ੰਸਾ ਪੱਤਰ ਉਹਨੂੰ ਮਿਲਦੇ ਸਰਕਾਰੀ ਦਰਬਾਰੇ, ਜਿੰਨੀ ਕੁ ਉਹਨੇ ਟਹਿਲ ਸੇਵਾ ਸਰਕਾਰ ਦੀ ਕੀਤੀ ਹੈ, ਸਰਕਾਰ ਦੇ ਝੋਲੀ ਚੁੱਕਾ ਵਾਲੇ ਕੰਮ ਕੀਤੇ ਹੈ, ਉਹਦੇ ਬਦਲੇ ਜਿਹੜੇ ਉਹਨੂੰ ਸਰਟੀਫਿਕੇਟ ਮਿਲਦੇ ਆ, ਜਿਹੜੇ ਉਹਨੂੰ ਪ੍ਰਸ਼ੰਸਾ ਪੱਤਰ ਮਿਲਦੇ ਆ, ਉਹ ਬੀਰੀ ਬਿਮਾਰੀ ਦਾ ਬਹਾਨਾ ਬਣਾ ਕੇ ਸਾੜ ਦਿੰਦੀ ਹੈ। ਕਿਉਂਕਿ ਬੀਰੀ ਨੂੰ ਉਹ ਸੱਪ ਦੀ ਤਰ੍ਹਾਂ ਲੱਗਦੇ ਆ ਤੇ ਬੀਰੀ ਚਾਹੁੰਦੀ ਹੈ ਕਿ ਇਹਨਾਂ ਨੂੰ ਸਾੜ ਕੇ ਮੈਂ ਆਪਣੇ ਆਪ ਦੇਸ਼ ਦੀ ਸੇਵਾ ਕਰ ਰਹੀ ਹਾਂ। ਉਹਦੇ ਮਨ ਦੇ ਵਿੱਚ ਸੀਗਾ, ਜਦ ਕਿ ਸੁਖਦੇਵ ਸੋਢੀ ਨੂੰ ਲੱਗਦਾ ਕਿ ਬੀਰੀ ਬਿਮਾਰ ਹੋਣ ਕਰਕੇ ਉਹਨਾਂ ਨੂੰ ਸਾੜ ਰਹੀ ਹੈ। ਹੁਣ ਦੂਸਰੇ ਪਾਸੇ ਜੇਲ੍ਹ ਦਾ ਡੀਸੀ ਉਸ ਦੀ ਬੇਇੱਜ਼ਤੀ ਕਰਦਾ। ਅੱਜ ਤੇ ਕਿਸੇ ਸਰਕਾਰੀ ਦਰਬਾਰੇ ਤਾਂ ਉਹਨੂੰ ਮਾਣ ਸਨਮਾਨ ਹੀ ਮਿਲਿਆ ਸੀਗਾ। ਇੱਕ ਸਪੈਸ਼ਲ ਤਰ੍ਹਾਂ ਦਾ ਚੋਗਾ ਰੱਖਿਆ ਸੀ ਘਰੇ, ਉਹ ਪਾ ਕੇ ਉਹ ਪਹਿਨ ਕੇ ਜਾਂਦਾ ਸੀਗਾ ਤੇ ਸਰਕਾਰੀ ਦਰਬਾਰੇ ਉਹਨੂੰ ਪੂਰਾ ਮਾਣ ਸਨਮਾਨ ਮਿਲਦਾ ਸੀਗਾ। ਪਰ ਉਸਦੀ ਆਪਣੀ ਹੀ ਔਲਾਦ ਕਰਕੇ, ਉਹਦੀ ਆਪਣੀ ਔਲਾਦ ਵਾਗੀ ਹੋਣ ਕਰਕੇ ਉਹਨੂੰ ਸਰਕਾਰੀ ਦਰਬਾਰੇ ਧੱਕੇ ਮਿਲਦੇ ਆ, ਸਰਕਾਰੀ ਦਰਬਾਰੇ ਉਹਦੀ ਬੇਇੱਜ਼ਤੀ ਹੁੰਦੀ ਹੈ। ਇਹ ਜਿਹੜੀਆਂ ਖਬਰਾਂ ਜਦੋਂ ਬਾਗੀ ਸੁਰਾਂ ਵਾਲੀਆਂ ਖਬਰਾਂ ਉਹਨੂੰ ਮਿਲਦੀਆਂ ਤਾਂ ਉਹਨੂੰ ਬਹੁਤ ਵੱਡਾ ਝਟਕਾ ਲੱਗਦਾ। ਉਹਨੂੰ ਆਪਣੇ ਆਪ ਦੇ ਵਿੱਚ ਆਪਣੀ ਬੇਇੱਜ਼ਤੀ ਹੋਈ ਮਹਿਸੂਸ ਹੁੰਦੀ ਹੈ। ਹੁਣ ਇਸ ਕਾਂਡ ਦੇ ਵਿੱਚ ਜਾਂ ਇਸ ਭਾਗ ਦੇ ਵਿੱਚ ਨਾਵਲਕਾਰ ਨੇ ਇੱਕ ਹੋਰ ਚੀਜ਼ ਕੀਤੀ ਹੈ ਕਿ ਭਾਈ ਪਰਮਾਨੰਦ ਅਤੇ ਸਰਾਭੇ ਦੀ ਆਪਸ ਦੇ ਵਿੱਚ ਮੁਲਾਕਾਤ ਦਿਖਾਈ ਹੈ। ਭਾਈ ਪਰਮਾਨੰਦ ਆਪਣੇ ਅਹਿੰਸਾਵਾਦੀ, ਗਾਂਧੀਵਾਦੀ ਸੋਚ
ਕਰਤਾਰ ਸਿੰਘ ਸਰਾਭੇ ਨਾਲ ਸ਼ੇਅਰ ਕਰਦਾ ਹੈ। ਉਹਦੇ ਨਾਲ ਉਹ ਇਹ ਗੱਲ ਕਹਿੰਦਾ ਕਿ ਆਪਾਂ ਜੇ ਭਾਈ ਦੇਸ਼ ਨੂੰ ਆਜ਼ਾਦ ਕਰਾਉਣਾ ਤਾਂ ਅਹਿੰਸਾਵਾਦੀ ਅੰਦੋਲਨ ਚਲਾਉਣਾ ਪਊ ਆਪਾਂ ਨੂੰ। ਕਰਤਾਰ ਸਿੰਘ ਸਰਾਭਾ ਕਹਿੰਦਾ ਨਹੀਂ, ਹਿੰਸਾ ਦੇ ਨਾਲ ਵੀ ਦੇਸ਼ ਨੂੰ ਆਜ਼ਾਦ ਕਰਾਇਆ ਜਾ ਸਕਦਾ, ਹਥਿਆਰਾਂ ਦੇ ਨਾਲ ਵੀ ਅੰਗਰੇਜ਼ਾਂ ਨੂੰ ਕੱਢਿਆ ਜਾ ਸਕਦਾ। ਇਹ ਦੋ ਮਾਰਗਾਂ ਦਾ ਜ਼ਿਕਰ ਕੀਤਾ ਨਾਵਲਕਾਰ ਨੇ ਇਸ ਤੀਸਰੇ ਭਾਗ ਦੇ ਵਿੱਚ। ਔਰ ਇਹਨਾਂ ਦੋਨਾਂ ਕਾਂਡਾਂ ਦੇ ਵਿੱਚ ਇੱਕ ਦੀ ਪ੍ਰਤੀਨਿਧਤਾ ਭਾਈ ਪਰਮਾਨੰਦ ਕਰ ਰਿਹਾ, ਦੂਸਰੇ ਦੀ ਪ੍ਰਤੀਨਿਧਤਾ ਕਰਤਾਰ ਸਿੰਘ ਸਰਾਭਾ ਕਰ ਰਿਹਾ। ਇਹ ਦੋ ਮਾਰਗ ਸੀਗੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਚੁਣੇ ਹੋਏ। ਇਹਨਾਂ ਦੋਨਾਂ ਮਾਰਗਾਂ ਦਾ ਆਪਣਾ ਨਿਵੇਕਲਾ ਸਥਾਨ ਰਿਹਾ ਦੇਸ਼ ਦੀ ਆਜ਼ਾਦੀ ਦੇ ਵਿੱਚ। ਠੀਕ ਹੈ, ਸੋ ਇਸ ਕਰਕੇ ਵਿਦਿਆਰਥੀਓ ਕੀ ਹਿੰਸਾਵਾਦੀ ਅੰਦੋਲਨ ਵਧੀਆ ਜਾਂ ਹਿੰਸਾਵਾਦੀ ਅੰਦੋਲਨ ਵਧੀਆ, ਇਹ ਤਾਂ ਬਾਅਦ ਦੀਆਂ ਗੱਲਾਂ। ਪਰ ਕਰਤਾਰ ਸਿੰਘ ਸਰਾਭਾ ਅੰਗਰੇਜ਼ਾਂ ਨੂੰ ਤਾਕਤ ਦੇ ਨਾਲ ਲੜਾਈ ਕਰਕੇ ਹਥਿਆਰਾਂ ਦੇ ਨਾਲ ਬਾਹਰ ਕੱਢਣਾ ਚਾਹੁੰਦਾ ਸੀ। ਭਾਈ ਪਰਮਾਨੰਦ ਕਹਿੰਦਾ ਅਹਿੰਸਾਵਾਦੀ ਅੰਦੋਲਨ ਚਲਾ ਕੇ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਾਂਗੇ। ਇੱਕ ਪਾਸੇ ਗਾਂਧੀਵਾਦੀ ਸੋਚ ਸੀ, ਦੂਸਰੇ ਪਾਸੇ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਵਰਗਿਆਂ ਦੀ ਸੋਚ ਸੀਗੀ। ਇਹ ਸੋਚ ਨੂੰ ਆਧਾਰ ਬਣਾ ਕੇ ਨਾਵਲਕਾਰ ਨੇ ਇੱਥੇ ਗੱਲ ਕੀਤੀ ਹੈ। ਹੁਣ ਇੱਥੇ ਇੱਕ ਗੱਲ ਹੋਰ ਦੇਖਦੇ ਹਾਂ ਅਸੀਂ ਕਿ ਦਿਆਲਾ ਚੱਕ ਜਾਨੀ ਤੋਂ ਹਰਨਪੁਰ ਪਹੁੰਚ ਕੇ ਬੀਰੀ ਦੀ ਟਹਿਲ ਸੇਵਾ ਦੀ ਜ਼ਿੰਮੇਵਾਰੀ ਸੰਭਾਲ ਲੈਂਦਾ। ਹੁਣ ਆਪਾਂ ਪਹਿਲੇ ਭਾਗ ਦੀ ਜਦੋਂ ਜ਼ਿਕਰ ਕੀਤਾ ਸੀ ਉੱਥੇ ਦਿਆਲੇ ਨੂੰ ਦੇਖਦੇ ਹਾਂ ਦੁਖੀ ਹਾਲ ਦੇ ਵਿੱਚ। ਉਹ ਆਪਣੇ ਜਿਹੜਾ ਜਿਸ ਵੀ ਜਗ੍ਹਾ ਦੇ ਉੱਪਰ ਰਹਿੰਦਾ ਸੀਗਾ ਉੱਥੋਂ ਦਾ ਜਿਹੜਾ ਨਾਥ ਸੀਗਾ ਉਹਦੇ ਨਾਲ ਉਹਦੀ ਲੜਾਈ ਹੁੰਦੀ ਹੈ ਤੇ ਉਹ ਆਪਣੇ ਸਵੈਮਾਨ ਨੂੰ ਮੁੱਖ ਰੱਖ ਕੇ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਸੁਖਦੇਵ ਸੋਢੀ ਕੋਲੇ ਚਾਲੇ ਪਾ ਦਿੰਦਾ। ਤੇ ਕਾਂਡ ਨੰਬਰ 37 ਦੇ ਵਿੱਚ ਆ ਕੇ ਦੇਖਦੇ ਹਾਂ ਕਿ ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਹੈ। ਉਹ ਸੁਖਦੇਵ ਸੋਢੀ ਨੂੰ ਕਹਿੰਦਾ ਕਿ ਨਹੀਂ ਵੀ ਤੇਰੀ ਇਦਾਂ ਦੀ ਗੱਲ ਨਹੀਂ, ਪਰ ਤੈਨੂੰ ਮੈਂ ਆਪਣੇ ਘਰ ਦੇ ਵਿੱਚ ਜਗ੍ਹਾ ਦੇ ਦੇਣਾ, ਤੈਨੂੰ ਆਪਣੇ ਘਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਥੋੜਾ ਜਿਹਾ ਆਸਰਾ ਦੇ ਦੇਣਾ, ਤੂੰ ਇੱਥੇ ਮੇਰੇ ਘਰ ਦੇ ਵਿੱਚ ਰਹੀ ਚੱਲ। ਤੇ ਜਿਹੜਾ ਸੀਗਾ ਸੁਖਦੇਵ ਸੋਢੀ, ਉਹਦਾ ਮਕਸਦ ਹੱਲ ਹੁੰਦਾ ਸੀਗਾ ਕਿ ਬੀਰੀ ਦੀ ਟਹਿਲ ਸੇਵਾ ਲਈ ਕਿਸੇ ਬੰਦੇ ਦੀ ਲੋੜ ਸੀਗੀ, ਉਹ ਦਿਆਲਾ ਆ ਗਿਆ ਸੀਗਾ। ਤੇ ਦਿਆਲੇ ਦਾ ਮਕਸਦ ਇਹ ਪੂਰਾ ਹੋ ਗਿਆ ਕਿ ਆਪਣੇ ਸਾਹਿਬਾਂ ਦੀ ਉਹ ਟਹਿਲ ਸੇਵਾ ਕਰ ਰਿਹਾ ਸੀਗਾ, ਆਪਣੇ ਸਾਹਿਬਾਂ ਦੀ ਜਾਂ ਉਹਦੀ ਬੇਟੀ ਦੀ। ਹੁਣ ਉਹਦੀ ਬੇਟੀ ਨੂੰ ਵੀ ਤਾਂ ਉਹ ਉਸੇ ਤਰ੍ਹਾਂ ਹੀ ਰੱਬ ਦਾ ਰੂਪ ਹੀ ਸਮਝਦਾ ਸੀਗਾ। ਸੋ ਨਾਵਲਕਾਰ ਨੇ ਇੱਥੇ ਆ ਕੇ ਆਪਣੇ ਜਿਹੜਾ ਵਿਸ਼ਾ ਸੀਗਾ ਉਹਨੂੰ ਬਿਲਕੁਲ ਕਲੀਅਰ ਕਰਤਾ, ਸਾਫ਼ ਕਰਤਾ। ਇਸ ਤੋਂ ਬਾਅਦ ਵਿਦਿਆਰਥੀਓ 5-6 ਕਾਂਡਾਂ ਦਾ ਜ਼ਿਕਰ ਕਰਨਾ ਰਹਿ ਗਿਆ। ਆਪਾਂ ਅਗਲੇ ਲੈਕਚਰ ਦੇ ਵਿੱਚ ਉਹਦੀ ਗੱਲ ਕਰਾਂਗੇ ਤੇ ਤੁਹਾਡੇ ਸਾਰੇ ਨਾਵਲ ਦਾ ਵਿਸ਼ੇ ਵਸਤੂ ਦੀ ਗੱਲ ਕਲੀਅਰ ਹੋ ਜਾਊਗੀ। ਇਕੱਲੇ ਆਪਾਂ ਚੈਪਟਰ ਦੀ ਗੱਲ ਕਰਤੀ ਹੈ। ਹਰ ਇੱਕ ਲੈਕਚਰ ਦੇ ਵਿੱਚ ਆਪਾਂ 5-7 ਚੈਪਟਰ ਲੈ ਕੇ ਉਹਨਾਂ ਦੀ ਗੱਲ ਕੀਤੀ ਸੀਗੀ, ਕਿਉਂਕਿ ਨਾਵਲ ਬਹੁਤ ਲੰਬਾ ਸੀਗਾ। ਲਗਭਗ 360 ਪੇਜ ਦਾ ਨਾਵਲ ਹੈ ਤੁਹਾਡਾ ਇਹ, ਤੇ ਔਰ 44 ਕਾਂਡਾਂ ਦੇ ਵਿੱਚ ਫੈਲਿਆ ਹੋਇਆ ਸੀਗਾ। ਤੇ ਇਹ ਸਾਰੇ ਨਾਵਲ ਦਾ ਇੱਕ ਥਾਂ ਦੇ ਉੱਪਰ ਜ਼ਿਕਰ ਕਰਨਾ ਵੀ ਔਖਾ ਸੀ ਤੇ ਇਕੱਲੇ ਕਾਂਡ ਨੂੰ ਪੜ੍ਹ ਕੇ ਉਹਦਾ ਜ਼ਿਕਰ ਕਰਨਾ ਵੀ ਔਖਾ ਸੀ। ਮੈਂ ਸਾਰੇ ਕਾਂਡਾਂ ਨੂੰ ਦੇਖਿਆ ਸੀ ਵੀ ਕਿੱਥੇ ਵਿਸ਼ਾ ਥੋੜਾ ਜਿਹਾ ਬਦਲਦਾ, ਉਸ ਦੇ ਮੁਤਾਬਕ ਕਾਂਡਾਂ ਨਾਵਲ ਦੇ 5-6 ਭਾਗ ਬਣਾ ਕੇ ਤੁਹਾਡੇ ਅੱਗੇ ਪੇਸ਼ ਕੀਤੀ ਹੈ। ਆਪਾਂ ਪਹਿਲੇ ਜਿਹੜਾ ਭਾਗ ਸੀਗਾ ਉਹਨੂੰ ਇੱਕੋ ਲੈਕਚਰ ਦੇ ਵਿੱਚ ਖਤਮ ਕਰਤਾ ਸੀਗਾ। ਦੂਸਰੇ ਭਾਗ ਦੇ ਆਪਾਂ 2 ਲੈਕਚਰ ਬਣਾਏ ਸੀਗੇ, ਤੀਸਰੇ ਭਾਗ ਦੇ ਵੀ ਆਪਾਂ 2 ਲੈਕਚਰ ਬਣਾਏ ਸੀ। ਕੁੱਲ 5 ਲੈਕਚਰ ਬਣੇ ਆ ਤੁਹਾਡੇ ਇਸ ਨਾਵਲ ਦੇ ਵਿਸ਼ੇ ਵਸਤੂ ਬਾਰੇ। ਜਿਹੜਾ ਪਹਿਲਾ ਲੈਕਚਰ ਸੀਗਾ ਉਹ ਆਪਾਂ ਨਾਨਕ ਸਿੰਘ ਦੀ ਨਾਵਲ ਕਲਾ ਤੇ ਔਰ ਇਸ ਨਾਵਲ ਦੇ ਵਿੱਚ ਜਿਹੜੀ ਕਲਾ ਅਪਣਾਈ ਸੀ ਉਹਦੇ ਬਾਰੇ ਜ਼ਿਕਰ ਕੀਤਾ ਸੀ। ਦੂਸਰੇ ਉਸ ਤੋਂ ਪਹਿਲਾਂ ਵਾਲੇ ਨਾਵਲ ਦੇ ਵਿੱਚ ਨਾਨਕ ਸਿੰਘ ਦੀ ਪੰਜਾਬੀ ਨਾਵਲ ਨੂੰ ਦੇਣ ਬਾਰੇ ਉਹਦੇ ਬਾਰੇ ਗੱਲ ਕੀਤੀ ਸੀ। ਸੋ ਵਿਦਿਆਰਥੀਓ ਕੁੱਲ ਮਿਲਾ ਕੇ ਅਸੀਂ ਨਾਵਲ ਇੱਕ ਮਿਆਨ ਦੋ ਤਲਵਾਰਾਂ ਉਹਦੇ ਵਿਸ਼ੇ ਵਸਤੂ ਦਾ ਜ਼ਿਕਰ ਕੀਤਾ। ਗਦਰ ਪਾਰਟੀ ਦੀ ਆਰੰਭ, ਗਦਰ ਪਾਰਟੀ ਦਾ ਵਿਕਾਸ, ਗਦਰ ਪਾਰਟੀ ਦੇ ਕੰਮ ਜਿਹੜੇ ਉਹਨੇ ਪੰਜਾਬ 'ਚ ਕੀਤੇ ਸੀਗੇ, ਗਦਰ ਪਾਰਟੀ ਦੇ ਅਸਫਲ ਹੋਣ ਦੇ ਕਾਰਨ, ਇਹਨਾਂ ਦਾ ਜ਼ਿਕਰ ਆਪਾਂ ਕਰ ਚੁੱਕੇ ਹਾਂ ਹੁਣ ਤੱਕ। ਔਰ ਕਰਤਾਰ ਸਿੰਘ ਸਰਾਭੇ ਵਰਗੇ ਤੇ ਉਹਦੇ ਸਾਥੀਆਂ ਉੱਪਰ ਜਿਹੜਾ ਕੇਸ ਚੱਲਿਆ ਸੀਗਾ ਉਹਦਾ ਵੀ ਜ਼ਿਕਰ ਕਰਤਾ। ਜਿਹੜੇ ਕਾਨੂੰਨ ਅੰਗਰੇਜ਼ ਸਰਕਾਰ ਨੇ ਬਣਾਏ ਸੀਗੇ ਗਦਰ ਲਹਿਰ ਨੂੰ ਫੇਲ ਕਰਨ ਦੀ ਖਾਤਰ, ਜਾਂ ਗਦਰ ਪਾਰਟੀ ਹੈ ਜਿਹੜੀ ਉਹਦੇ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾਵਾਂ ਦੇਣ ਦੇ ਵਿੱਚ ਜਿਹੜੇ ਕਾਨੂੰਨਾਂ ਦਾ ਨਿਰਮਾਣ ਕੀਤਾ ਸੀਗਾ, ਜਿਵੇਂ ਇੰਡੀਆ ਸੇਫਟੀ ਐਕਟ ਤੇ ਦੂਸਰੇ ਐਕਟ ਉਹ ਲਾਗੂ ਕੀਤੇ ਸੀਗੇ, ਉਹ ਤੁਰੰਤ ਬਣਾਏ ਸੀ ਉਹਨਾਂ ਨੇ। ਤੁਰੰਤ ਬਣਾ ਕੇ ਫਿਰ ਉਹਨਾਂ ਨੂੰ ਇੰਪਲੀਮੈਂਟ ਉਹਨਾਂ ਦੀ ਕਰਤੀ ਸੀ, ਤਾਂ ਜੋ ਜਿਹੜੇ ਗਦਰ ਪਾਰਟੀ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾਵਾਂ ਦਿੱਤੀਆਂ ਜਾ ਸਕਣ। ਇਸ ਕਰਕੇ ਉਹਨਾਂ ਕਾਨੂੰਨਾਂ ਦੇ ਅਧੀਨ ਇਹ ਮੁਕੱਦਮੇ ਚਲਾਏ ਗਏ ਸੀਗੇ। ਦੂਸਰੇ ਪਾਸੇ ਕੁਛ ਇਹੋ ਜਿਹੇ ਲੋਕ ਤਿਆਰ ਕੀਤੇ ਸੀ ਉਹਨਾਂ ਨੇ ਲਾਲਚ ਦੇ ਕੇ, ਜਿਹੜੇ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਸਕਣ, ਸਰਕਾਰ ਦੇ ਹੱਕ ਦੇ ਵਿੱਚ ਗਵਾਹੀਆਂ ਦੇ ਸਕਣ। ਉਸ ਸਮੇਂ ਦੇ ਜਿਹੜੇ ਝੋਲੀ ਚੁੱਕ ਸੀਗੇ, ਬੇਸ਼ੱਕ ਵਰਤਮਾਨ ਯੁੱਗ ਦੇ ਵਿੱਚ ਜਿੰਨੇ ਮਰਜ਼ੀ ਵਧੀਆ ਕਹਾਈ ਜਾਣ, ਉਹ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਸਮੇਂ ਪਿੰਡਾਂ ਦੇ ਵਿੱਚ ਜਿਹੜੇ ਮੋਹਤਬਰ ਬੰਦੇ ਹੁੰਦੇ ਸੀਗੇ, ਜੈਲਦਾਰ ਹੁੰਦੇ ਸੀ, ਨੰਬਰਦਾਰ ਹੁੰਦੇ ਸੀ, ਉਹ ਦੇਸ਼ ਭਗਤਾਂ ਦੇ ਖਿਲਾਫ
ਗਵਾਹੀਆਂ ਦਿੰਦੇ ਹੁੰਦੇ ਸੀਗੇ। ਔਰ ਇਹ ਨਹੀਂ ਕਿ ਸਾਰੇ ਇੱਕੋ ਜਿਹੇ ਹੋਣਗੇ, ਪਰ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਦੇਸ਼ ਭਗਤਾਂ ਦੇ ਖਿਲਾਫ ਗਵਾਹੀਆਂ ਦਿੰਦੇ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉੱਚੀਆਂ ਸਜ਼ਾਵਾਂ ਦਿਵਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਸਨ। ਸੋ ਵਿਦਿਆਰਥੀਓ, ਇਸ ਨਾਵਲ ਦੀ ਜਿਹੜੀ ਕਹਾਣੀ ਹੈਗੀ ਹੈ ਇਸ ਤਰ੍ਹਾਂ ਦੇ ਨਾਲ ਅੱਗੇ ਵੱਧਦੀ ਹੈਗੀ ਹੈ। ਆਪਾਂ ਅਗਲੇ ਲੈਕਚਰ ਦੇ ਵਿੱਚ ਇਸ ਸਾਰੀ ਕਹਾਣੀ ਨੂੰ ਖਤਮ ਕਰਾਂਗੇ। ਅੱਜ ਦਾ ਲੈਕਚਰ ਆਪਾਂ ਇੱਥੋਂ ਤੱਕ ਹੀ ਰੱਖਣਾ ਸੀਗਾ। ਤੁਸੀਂ ਇਸ ਸਾਰੇ ਲੈਕਚਰ ਨੂੰ ਧਿਆਨ ਨਾਲ ਸੁਣਿਓ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਉਹ ਰਿਪੋਰਟਾਂ ਭੇਜਣੀਆਂ ਮੈਨੂੰ WhatsApp ਦੇ ਉੱਪਰ ਮੈਨੂੰ ਰਿਪੋਰਟਾਂ ਭੇਜ ਦਿਓਗੇ। ਇੱਥੇ ਅੱਜ ਦਾ ਆਪਾਂ ਲੈਕਚਰ ਖਤਮ ਕਰ ਰਹੇ ਹਾਂ। ਅਗਲਾ ਲੈਕਚਰ ਅਗਲੇ ਦਿਨਾਂ ਦੇ ਵਿੱਚ ਦਿੱਤਾ ਜਾਊਗਾ।